अब मैं कौन उपा सुन कछ ज्ञान न उपजियो, पस ज्यों उदर भरों। कहो नानक प्रभ बिरद पछानो, तब हाँ पतित तरों। दंडोत बंदन अनेक बार, सर्व कला समरथ। डोलन ते राखो प्रभु, नानक दे कर हाथ। डोलन ते राखो प्रभु, नानक दे कर हाथ। परम और अज दे ये गुरमत दीवान धर्म दी चादर, सरिश्त दी चादर, धन गुरु तेग बहादुर साहब सच्चे पातशाह जी महाराज उन्हां दी शहादत नूं समर्पित ने। भाई साहब जी अमृत गुरबाणी कीर्तन आप जी नूं सरवण करा रहे सन। आओ जिस सतगुरां दे शहादत दे संबंध विच आपां गुरु चरनां विच हाजिर होए हां, सतगुरु गुरु तेग बहादुर सच्चे पातशाह जी महाराज उन्हां दे पवित्र जीवन और उन्हां दी अमृत बाणी विचों आपां विचार कर सकीए। आप जितने सतगुरां जी दी चरण शरण विच शोभाएमान हो, साध संगत कृपा करो, असीस बख्शो, गुरु बख्शी फतेह स्वीकार करो और अदब सहित उच्चारण करो जी। वाहिगुरु जी का खालसा, वाहिगुरु जी की फतेह। सतगुरु गुरु तेग बहादुर साहब सच्चे पातशाह जी महाराज जिन्हां नूं गुरु नानक नाम लेवा सिख करोड़ां दी गिनती विच रोज याद करदे। लफ्ज मैं करोड़ां वरत्या इस करके कि श्री गुरु गोबिंद सिंह साहब सच्चे पातशाह महाराज जी ने जो साडे ते किरपा करके अरदास दी पहली पौड़ी जिहड़ी असीं पढ़दे हां, वो सतगुरु गुरु गोबिंद सिंह जी दी उचारण कीती है। उस विच गुरु नानक साहब जी लई एक पौड़ी है, एक पंक्ति है, तुक है। गुरु अंगद देव, गुरु अमरदास ते धन गुरु रामदास जी तिन्ना पातशाहां लई एक तुक है। गुरु अर्जुन देव, गुरु हरगोबिंद साहब ते गुरु हर राय साहब उन्हां तिन्ना सतगुरां लई एक तुक है। गुरु हरकृष्ण साहब जी लई इकल्लियां लई एक तुक ते गुरु तेग बहादुर सच्चे पातशाह जी लई भी सतगुरां ने एक तुक दी वरतों कीती है। असीं रोज ये पढ़ने प्रथम भगौती सिमर कै गुर नानक लई ध्याए। सब तो पहला सर्व शक्तिमान अकाल पुरख वाहिगुरू जी का चिंतन करके महाराज कहते असी गुरु नानक साहब नूं ध्याउंदे हां, क्योंकि असी ये पाठ रोज करने। उंज मैं आप जी नूं एक बेनती करांगा कि साडी मर्यादा विच भी ते पुरातन समय भी कहा जांदा सी कि सिख कदी भी अरदास करन तो बिना घरों बाहर ना निकले। उंज साडी मर्यादा विच
ਸੰਗਤੀ ਰੂਪ ਵਿੱਚ ਵੀ ਤੇ ਨਿੱਜੀ ਵੀ। ਅਸੀਂ ਨਿੱਜੀ ਰੂਪ ਵਿੱਚ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਵੀ ਅਰਦਾਸ ਕਰਨੇ ਆ, ਤੇ ਗੁਰਮੁਖੋ ਰਾਤ ਨੂੰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਵੀ ਅਰਦਾਸ ਕਰਨੇ। ਚਲੋ ਅੱਜ ਵਿਸ਼ਾ ਆਪਣਾ ਇਹ ਨਹੀਂ ਕਿ ਅਰਦਾਸ ਦਾ, ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ। ਜਦੋਂ ਆਪਣਾ ਹਿਰਦਾ ਭਾਵਨਾ ਨਾਲ ਪੂਰਤ ਹੋ ਕੇ ਪਰਮੇਸ਼ਵਰ ਦੇ ਚਰਨਾਂ 'ਚ ਅਰਦਾਸ ਕਰਦਾ, ਪਰਮਾਤਮਾ ਉਸ ਦੀ ਅਰਦਾਸ ਸੁਣਦੇ ਨੇ। ਫਿਰ ਅਰਜ਼ੈ ਪਹਿਲਾਂ ਕਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਣੇ ਖਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਮਹਾਰਾਜ ਕਹਿੰਦੇ ਨੇ ਰਾਮਦਾਸੈ ਹੋਈ ਸਹਾਏ, ਉੱਥੇ ਸਹਾਇਤਾ ਮੰਗੀ ਗਈ ਹੈ। ਫਿਰ ਸਤਿਗੁਰਾਂ ਨੇ ਤੀਸਰਾ ਬਚਨ ਕਿਹਾ, ਅਰਜਨ ਖਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਇਹਨਾਂ ਨੂੰ ਸਿਮਰਨੇ ਆ, ਪਹਿਲਾਂ ਧਿਆਏ, ਦੂਜਾ ਸਹਾਏ, ਤੇ ਤੀਸਰਾ ਹੈ ਸਿਮਰੋਂ, ਮੈਂ ਸਿਮਰਦਾ ਹਾਂ। ਅੱਗੇ ਫਿਰ ਸਤਿਗੁਰੂ ਸ਼ਬਦ ਵਰਤੇ ਆ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਇਹਨਾਂ ਲਈ ਦੋ ਸ਼ਬਦ ਵਰਤੇ ਨੇ ਜੀ, ਇੱਕ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਦਾ ਜ਼ਿਕਰ, ਤੇ ਦੂਸਰਾ ਇਹਨਾਂ ਲਈ ਦੋ ਸ਼ਬਦ ਨੇ, ਇੱਕ ਧਿਆਉਣਾ ਤੇ ਦੂਸਰਾ ਦੇਖਣਾ। ਮਹਾਰਾਜ ਨੇ ਸ਼ਬਦ ਵਰਤੇ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਇੱਕ ਧਿਆਈਐ ਤੇ ਦੂਜੇ ਡਿਠੇ। ਫਿਰ ਮੇਰੀ ਅਰਜ਼ ਹੈ, ਇਹ ਸਤਿਗੁਰਾਂ ਦੀ ਅੰਮ੍ਰਿਤ ਦ੍ਰਿਸ਼ਟ ਹੈ। ਉਂਝ ਹਰ ਗੁਰੂ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਨੇ ਆ, ਬਾਣੀ ਚੋਂ ਕਮਾਲ ਦੀ ਗੱਲ, ਪੰਜ ਪਾਤਸ਼ਾਹਾਂ ਲਈ ਦਰਸ਼ਨ ਦੀ ਬੜੀ ਵੱਡੀ ਮਹਾਨਤਾ ਦਿੱਤੀ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾ ਕੇ ਹਟੇ ਹਾਂ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਇਹ ਡਿਠ ਨਹੀਂ ਹੈ ਨਾ ਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਰੋਜ਼ ਚੇਤੇ ਕਰਨੇ ਆ ਕਿ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ। ਇਹ ਗੁਰੂ ਅੰਗਦ ਸਾਹਿਬ ਜੀ ਨੂੰ ਵਾਹਿਗੁਰੂ ਜੀ ਰੋਜ਼ ਚੇਤੇ ਕਰਨੇ ਆ, ਦੂਜੇ ਪਾਤਸ਼ਾਹ ਜੀ ਨੂੰ, ਕਿ ਇਹ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਗੁਰੂ ਕੇ ਰਬਾਬੀ ਸਾਹਿਬਾਂ ਨੇ ਉਚਾਰਨ ਕੀਤਾ ਹੈ ਕਿ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਦੇਖੋ ਉੱਥੇ ਵੀ ਡਿਠੇ ਕਿਹਾ, ਮਲ ਜਨਮ ਜਨਮ ਦੀ ਕਟੀਏ। ਭੱਟਾਂ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੇ ਮਿਲੇ। ਉੱਥੇ ਸ਼ਬਦ ਵੀ ਡਿਠੇ ਵਰਤੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਸਿਫਤ ਵਿੱਚ ਗੁਰ ਡਿਠਾ ਤਾਂ ਮਨ ਸਾਧਾਰਿਆ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਲਈ ਇੱਕ ਤਾਂ ਅੰਮ੍ਰਿਤ ਦ੍ਰਿਸ਼ਟ ਉਹਨਾਂ ਦੀ ਜੀ। ਉੱਥੇ ਸਤਿਗੁਰਾਂ ਨੇ ਕਿਹਾ ਸ੍ਰੀ ਹਰਿਕ੍ਰਿਸ਼ਨ ਧਿਆਈਐ, ਉਹਨਾਂ ਨੂੰ ਧਿਆਉਣ ਨਾਲ, ਤੇ ਦੂਸਰਾ ਕਿਹਾ ਦਰਸ਼ਨ ਨਾਲ, ਜਿਸ ਡਿਠੈ ਸਭ ਦੁੱਖ ਜਾਏ। ਉਸ ਤੋਂ ਅੱਗੇ ਹੈ ਜੀ ਤੇਗ ਬਹਾਦਰ ਸਿਮਰਿਆ। ਕਿਉਂਕਿ ਥੋੜਾ ਜਿਹਾ ਪਾਠ ਭੇਦ ਹੈ ਜੀ, ਕਈ ਸੱਜਣ ਸਿਮਰੀਆ ਪਾਠ ਕਰਦੇ ਨੇ, ਜ਼ਿਆਦਾਤਰ ਜਿਹੜੇ ਸਰੂਪ ਦੇ ਦਰਸ਼ਨ ਦਾਸ ਨੇ ਕੀਤੇ ਉੱਤੇ ਪਾਠ ਸਿਮਰਿਆ ਹੈ। ਇਹਦਾ ਅਰਥ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਮਰਨ ਕਰਨ ਨਾਲ, ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕਰਨ ਨਾਲ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਇ। ਕਿੱਡੀ ਵੱਡੀ ਬਖਸ਼ਿਸ਼ ਜੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤਿਆਂ ਆ ਨੌ ਨਿਧੀਆਂ, ਦੁਨੀਆ ਦੇ ਖਜ਼ਾਨੇ। ਉਂਝ ਵੈਸੇ ਮੈਂ ਬੇਨਤੀ ਕਰਨਾ, ਗੁਰਮਤਿ ਵਿੱਚ ਸਭ ਤੋਂ ਵੱਡੀ ਨੌ ਨਿਧ ਪਰਮਾਤਮਾ ਦਾ ਨਾਮ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਅਸੀਂ ਬਾਣੀ 'ਚ ਪੜ੍ਹਦੇ ਹਾਂ। ਸਤਿਗੁਰੂ ਨੇ ਬਚਨ ਕਿਹਾ ਘਰ ਨੌ ਨਿਧ ਆਵੈ ਧਾਏ, ਤੇ ਅਗਲੀ ਕਿਰਪਾ ਕੀਤੀ ਜੀ, ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਚੇਤੇ ਕਰਦਾ ਹੈ ਨਾ, ਮਹਾਰਾਜ ਇੰਨੇ ਕਿਰਪਾਲੂ ਨੇ, ਸਭ ਥਾਈਂ ਹੋਏ ਸਹਾਇ। ਗੁਰੂ ਤੇਗ ਬਹਾਦਰ ਸਾਹਿਬ ਹਰ ਥਾਂ ਤੇ ਮਦਦ ਕਰਦੇ। ਮੈਂ ਥੋੜਾ ਜਿਹਾ ਸੀ ਪੰਛੀ ਝਾਤ ਇਤਿਹਾਸ, ਔਰ ਖਾਸ ਕਰਕੇ ਮੈਂ ਉਹਨਾਂ ਦੀ ਬਾਣੀ ਚੋਂ ਬੇਨਤੀ ਕਰਨੀ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਕਿਉਂਕਿ ਸਾਖੀ ਉਹੀ ਇਤਿਹਾਸ ਆਪਾਂ ਜ਼ਰੂਰ ਕਹਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਆਪ ਸਭ ਨੂੰ ਪਤਾ ਹੋਣਾ। ਤੇ ਪਲੀਜ਼ ਜਦੋਂ ਅੰਮ੍ਰਿਤਸਰ ਜਾਂਦੇ ਹੋ, ਗੁਰੂ ਕੇ ਮਹਿਲ ਜ਼ਰੂਰ ਮੱਥਾ ਟੇਕਣ ਜਾਇਆ ਕਰੋ। ਉੱਥੇ ਗੁਰੂ ਜੋਤ ਨੇ 58 ਸਾਲ ਆਪਣੀ ਰਿਹਾਇਸ਼ ਰੱਖੀ ਹੈ। ਗੁਰੂ ਰਾਮਦਾਸ ਜੀ, ਗੁਰੂ ਅਰਜੁਨ ਦੇਵ ਜੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਪਹਿਲਾਂ ਗੁਰੂ ਰਾਮਦਾਸ ਜੀ ਨੂੰ ਚਾਹ ਬਣਾਈ। ਦੋ ਦਰਸ਼ਨੀਆਂ ਡਿਊੜੀਆਂ ਨੇ ਇਹ ਅੰਮ੍ਰਿਤਸਰ, ਸ਼ਾਇਦ ਪਤਾ ਹੋਣਾ ਤੁਹਾਨੂੰ। ਇੱਕ ਦਰਸ਼ਨੀ ਡਿਊਟੀ ਦਾ ਤੇ ਸਭ ਨੂੰ ਪਤਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਅੱਗੇ ਇੱਕ ਦਰਸ਼ਨੀ ਡਿਊਟੀ ਜਦੋਂ ਗੁਰੂ ਕੇ ਮਹਿਲ ਜਾਂਦੇ ਆ ਨਾ, ਗੁਰਮੁਖੋ ਬਾਜ਼ਾਰ ਦੇ ਵਿੱਚ ਬਣੀ ਹੋਈ ਹੈ। ਸ਼ਾਇਦ ਤੁਸੀਂ ਦਰਸ਼ਨ ਕੀਤੇ ਨੇ ਕਿ ਨਹੀਂ, ਜੇ ਨਹੀਂ ਕੀਤੇ ਜ਼ਰੂਰ ਦੇਖਿਓ।
ਸ਼੍ਰੋਮਣੀ ਗੁਰਦੁਆਰਾ ਕਮੇਟੀ ਕੋਲ ਉਹਦਾ ਪ੍ਰਬੰਧਕ ਹੈ, ਉਹ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਉਹ ਗਲੀ ਛੱਤੀ ਹੋਈ ਹੈ ਤੇ ਉਹ ਡਿਊੜੀ ਬਿਲਕੁਲ ਉਹੀ ਹੈ ਜੋ ਸਤਿਗੁਰੂ ਨੇ ਬਣਾਈ ਛੋਟੀਆਂ ਇੱਟਾਂ ਦੀ, ਉਹਦੇ ਉੱਤੇ ਪ੍ਰਕਾਸ਼ ਹੁੰਦਾ ਹੈ। ਜਦੋਂ ਬਾਜ਼ਾਰ ਨਹੀਂ ਸੀ ਬਣਿਆ, ਇਹ ਡਿਊੜੀ ਤਾਂ ਬਣਾ ਦਿੱਤੀ, ਸਤਿਗੁਰੂ ਗੁਰੂ ਕੇ ਮਹਿਲ ਤੋਂ ਘਰ ਤੋਂ ਨਿਕਲਦੇ ਸਨ ਤੇ ਸਾਹਮਣੇ ਹਰਮੰਦਰ ਦਿਸਦਾ ਹੁੰਦਾ ਸੀ। ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਗੁਰੂ ਅਰਜਨ ਸਾਹਿਬ ਦੇ ਵੇਲੇ ਦਾ ਜ਼ਿਕਰ ਕਰ ਰਿਹਾ। ਫਿਰ ਜੀ ਉਹ ਗੁਰੂ ਕੇ ਮਹਿਲ ਉਹ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਤਾਨ ਵਿੱਚੋਂ 4 ਬੇਟਿਆਂ ਦਾ ਤੇ 1 ਬੇਟੀ ਦਾ ਜਨਮ ਹੋਇਆ। ਗੁਰੂ ਕੇ ਮਹਿਲ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਪੁੱਤਰ ਨੇ। ਫਿਰ ਬੇਨਤੀ ਕਰਾਂ, ਗੁਰੂ ਹਰਿਰਾਏ ਸਾਹਿਬ ਜੀ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਾਦਾ ਜੀ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਜੀ ਮਾਲਵੇ ਅਡਰੌਲੀ, ਮੈਂ ਬੇਨਤੀ ਕਰਾਂਗਾ। ਤੇ ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ। ਬੇਨਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਤਿਗੁਰਾਂ ਦੀ ਬੇਟੀ ਬੀਬੀ ਵੀਰੋ ਦਾ ਜਨਮ ਗੁਰੂ ਕੇ ਮਹਿਲ ਅੰਮ੍ਰਿਤਸਰ ਹੋਇਆ ਹੈ। ਅਰਜ਼ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਵੇਲੇ, ਕਿਉਂਕਿ 10 ਪਾਤਸ਼ਾਹਾਂ ਚੋਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਨਾਮ ਪਰਸ਼ੀਅਨ ਦੀ ਸ਼ਬਦਾਵਲੀ ਵਿੱਚੋਂ ਹੈ, ਇਹ ਫਾਰਸੀ ਵਿੱਚੋਂ ਹੈ ਜੀ। ਤੇਗ ਸ਼ਬਦ ਵੀ ਪਰਸ਼ੀਅਨ ਦਾ ਹੈ ਤੇ ਬਹਾਦਰ ਸ਼ਬਦ ਪੰਜਾਬੀ ਚ ਅਸੀਂ ਵਰਤਨੇ ਆ, ਪਰ ਹੈ ਤੇ ਫਾਰਸੀ ਵਿੱਚੋਂ ਆਇਆ। ਤੇਗ ਬਹਾਦਰ ਦੋਨੋਂ ਲਫ਼ਜ਼ ਜਿਹੜੇ ਨੇ ਇਹ ਪਰਸ਼ੀਅਨ ਦੇ ਨੇ, ਇਹ ਪੰਜਾਬੀ ਚ ਆਏ ਨੇ, ਅਸੀਂ ਵਰਤਨੇ। ਅੱਜ ਅਸੀਂ ਸ੍ਰੀ ਸਾਹਿਬ ਲਈ ਵੀ ਸ਼ਬਦ ਤੇਗ ਵਰਤਨੇ ਹਾਂ। ਤੇਗ ਬਹਾਦਰ, ਕੁਝ ਵਿਦਵਾਨਾਂ ਦਾ ਮਤ ਹੈ ਕਿ ਨਾਮ ਰੱਖਿਆ ਗਿਆ ਤਿਆਗਮਲ, ਪਰ ਮੈਂ ਫਿਰ ਬੇਨਤੀ ਕਰਾਂ, ਕੁਝ ਵਿਦਵਾਨਾਂ ਦਾ ਮਤ ਹੈ ਕਿ ਜਦੋਂ ਕਰਤਾਰਪੁਰ ਦੀ ਜੰਗ ਲੜੀ, ਤਿਆਗਮਲ ਜੀ ਨੇ ਤੇਗ ਦੇ ਜ਼ੋਰ ਦਿਖਾਏ ਤੇ ਨਾਮ ਰੱਖਿਆ ਗਿਆ ਤੇਗ ਬਹਾਦਰ। ਇਹ ਸ਼ਬਦ ਸਾਡੀ ਰਵਾਇਤ ਕਹਿੰਦੀ ਹੈ, ਪਰ ਜਦੋਂ ਅਸੀਂ ਪੜ੍ਹਨੇ ਆ ਪੁਰਾਤਨ ਸਰੋਤ ਤੇ ਤੇਗ ਬਹਾਦਰ ਹੀ ਮਿਲਦਾ ਹੈ। ਸੱਚਮੁੱਚ ਜਿਉ ਜਿਹਾ ਪਿਤਾ ਜੀ ਨੇ ਨਾਮ ਰੱਖਿਆ ਉਹੀ ਕਰਨੀ ਨਾਮਾ ਹੈ। ਤੇਗ ਬਹਾਦਰ ਦੇ ਅਰਥ ਨੇ ਤੇਗ ਦਾ ਧਨੀ, ਇਹ ਹੈ ਨਾ ਜੀ, ਤੇਗ ਦਾ ਬਹਾਦਰ। ਇਹਦੇ ਇੱਕ ਸ਼ਬਦ ਤਾਂ ਅਰਥ ਹੋ ਗਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਚਲਾਣ ਵਿੱਚ ਬਹਾਦਰ ਨੇ, ਪਰ ਯਾਦ ਰੱਖਿਓ ਕਈ ਵਾਰੀ ਕਈ ਤੇਗ ਚਲਾਣ ਵਿੱਚ ਬਹਾਦਰ ਹੁੰਦੇ ਨੇ, ਤੇਗ ਖਾਣ ਵਾਲੇ ਉਹਨਾਂ ਦੀਆਂ ਲੱਤਾਂ ਕੰਬ ਜਾਂਦੀਆਂ ਨੇ। ਤੇਗ ਬਹਾਦਰ ਨੇ, ਗੁਰੂ ਤੇਗ ਬਹਾਦਰ ਜੀ ਤੇਗ ਚਲਾਣ ਦੇ ਵੀ ਧਨੀ ਨੇ ਤੇ ਚਾਂਦਨੀ ਚੌਂਕ ਵਿੱਚ ਬੈਠ ਕੇ ਜਲਾਦ ਦੀ ਤੇਗ ਖਾਣ ਵਿੱਚ ਵੀ ਧਨੀ ਨੇ। ਉਹ ਤੇਗ ਬਹਾਦਰ ਨੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਗੁਰਮੁਖੀ ਵਿਦਿਆ ਧੰਨ ਬਾਬਾ ਬੁੱਢਾ ਸਾਹਿਬ ਨੇ ਸਿਖਾਈ ਸੀ। ਸ਼ਾਇਦ ਘੱਟ ਸੱਜਣਾ ਨੂੰ ਪਤਾ ਹੋਣਾ, ਕਿਉਂਕਿ ਇਹ ਨੁਕਤੇ, ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 113 ਸਾਲ ਗੁਰੂ ਇਤਿਹਾਸ ਨੂੰ ਦੇਖਿਆ, ਮਾਣਿਆ ਤੇ ਆਪਣੇ ਪਿੰਡੇ ਤੇ ਹੰਡਾਇਆ ਹੈ। 1506 ਨੂੰ ਬਾਬਾ ਬੁੱਢਾ ਜੀ ਦਾ ਜਨਮ ਹੋਇਆ ਹੈ। ਬੇਨਤੀ ਹੈ 1518 ਨੂੰ ਗੁਰੂ ਨਾਨਕ ਸਾਹਿਬ ਨੂੰ ਮਿਲੇ ਆ, ਇਹ 12 ਸਾਲ ਬਣ ਗਏ। ਤੇ 1631 ਨੂੰ ਬਾਬਾ ਜੀ ਨੇ ਚਲਾਣਾ ਕੀਤਾ ਹੈ। 1506 ਤੋਂ ਲੈ ਕੇ 1631 ਤੱਕ 125 ਸਾਲ ਬਣਦੇ ਆ। 125 ਸਾਲਾਂ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਨੇ 113 ਸਾਲ ਸਿਰਫ ਸਿੱਖੀ ਕਮਾਈ ਹੈ। 1 ਸਦੀ ਤੇ 13 ਸਾਲ ਉੱਤੇ। ਪਰ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ, ਅੱਜ ਤਾਂ ਥੋੜੀ ਜਿਹੀ ਨੈਗੇਟਿਵ, ਕੁਛ ਮੈਂ ਉਂਝ ਤਾਂ ਵੈਸੇ ਕਦੀ ਨੈਗੇਟਿਵ ਬੋਲਦਾ ਹੀ ਨਹੀਂ ਹੁੰਦਾ, ਕਿਉਂਕਿ ਅੱਜ ਸਭ ਤੋਂ ਵੱਡੀ ਜਿਹੜੀ ਬਿਮਾਰੀ ਲੱਗ ਗਈ ਉਹ ਨੈਗੇਟਿਵਿਟੀ ਇੰਨੀ ਕੁ ਆ ਚੁੱਕੀ ਹੈ, ਰਹਿ ਰੱਬ ਦਾ ਨਾ। ਅਸੀਂ ਮਰ ਗਏ ਜੀ, ਅਸੀਂ ਡੁੱਬ ਗਏ ਜੀ। ਮੈਂ ਸੱਚੀ ਕਹਿਣਾ, ਮੈਂ ਸਟੇਜ ਤੇ ਬੈਠਾ, ਜ਼ਫਰਨਾਮਾ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਦਸਤਾਵੇਜ਼ ਹੈ, ਸਤਿਗੁਰਾਂ ਦੀ ਬਾਣੀ ਹੈ, ਤੇ ਮਹਾਰਾਜ ਨੇ ਉਦੋਂ ਲਿਖੀ ਜਦੋਂ 4 ਪੁੱਤਰ ਸ਼ਹੀਦ ਹੋ ਚੁੱਕੇ ਆ, 3 ਪਿਆਰੇ ਸ਼ਹੀਦ ਹੋ ਚੁੱਕੇ ਆ, ਮਾਤਾ ਜੀ ਸ਼ਹੀਦ ਹੋ ਚੁੱਕੇ ਆ, ਆਨੰਦਪੁਰ ਸਾਹਿਬ ਨੂੰ ਉਜਾੜ ਦਿੱਤਾ ਗਿਆ, ਹਾਥੀ ਘੋੜੇ ਕੁਛ ਵੀ ਨਾਲ ਨਹੀਂ, ਪਰ ਸਤਿਗੁਰਾਂ ਨੇ ਪੂਰੇ ਜ਼ਫਰਨਾਮੇ 'ਚ ਸਭ ਕੁਝ ਜਾਣ ਤੋਂ ਬਾਅਦ ਕਿਤੇ ਨਹੀਂ ਕਿਹਾ ਮੈਂ ਮਰ ਗਿਆ ਓਏ। ਉਹਨਾਂ ਕਿਹਾ ਨਹੀਂ, ਅਜੇ 4 ਚੰਗਿਆੜੀਆਂ ਬੁੱਝੀਆਂ ਨੇ, ਅਜੇ ਤਾਂ ਅੱਗ ਦਾ ਭਾਂਬੜ ਬਲਣ ਵਾਲਾ ਹੈ। ਅਸੀਂ ਕਿਸ ਗੁਰੂ ਦੇ ਸਿੱਖ ਇੰਨੇ ਨੈਗੇਟਿਵ ਹੋ ਗਏ, ਕਿਉਂਕਿ ਸਾਡੀ ਇਕੱਲਾ ਸਾਡਾ ਕਸੂਰ ਨਹੀਂ, ਅੱਜ ਪੂਰੇ ਦਾ ਪੂਰਾ ਵਰਲਡ, ਮੇਰਾ ਖਿਆਲ ਹੈ ਤਕਰੀਬਨ 80% ਲੋਕ ਨੈਗੇਟਿਵ ਹੀ ਚੱਲਦੇ,
क्योंकि औगण इकट्ठे कर रहे हैं ना, चाहे वह सोशल मीडिया ते बैठे आ, चाहे वह किते बैठे आ। याद रखियो, जेड़ी चीज भांडे विच पावांगे ओही मूँह विचों निकलनी है। जे मैं केतली विच पानी पाया ते टूटी ने दुध नहीं बना देना, वो कुछ निकलना। जो कुछ इस भांडे च जे मैं किसी की बुराई पांगा ना, तो याद रखियो मेरे जीवन चो चंगियाई नहीं निकलनी। चंगियाई इकट्ठा करांगे तो चंगियाई निकलेगी, जे सारी जिंदगी औगण इकट्ठे कीते ते बुराई ही निकलेगी। पर इनू काबू पाना बड़ा मुश्किल। मस्कीन साहब कहते सन कि टैंकी ते पानी चढ़ाण वास्ते मुशक्कत करनी पैंदी है, उतारन वास्ते तां भावें टूटी एक खोल दो सारी टैंकी खाली हो जाती। सुरत उच्ची चुकण वास्ते समा लगता प्यारिओ, सुरत ढेंडी कला च जाण वास्ते समा नहीं लगता। मैं फिर आपनू बेनती करा, बाबा बुढ़ा साहब जी ने गुरु हरगोबिंद साहब जी ने भी गुरमुखी पढ़ाई, ते जिहड़ी गुरमुखी आप जी पढ़दे हो, मैं ये विशेष तुहानू बेनती करके जानी, पंजाब निवासियों, इनू तुसी एक मजहब नाल जोड़ के अर्थ ना करो। ये सिखां दी बोली है। प्लीज जिन्ने गुरु ग्रंथ साहब दा पाठ करना है उन्होंने गुरमुखी आउणी अत लाजमी है, क्योंकि गुरमुखी तो बिना गुरु ग्रंथ साहब दा शुद्ध पाठ नहीं हो सकना। गुरमुखी बहुत जरूरी है। पुराने साडे समय लोग गुरमुखी दा किन्ना अदब करते सन। शेरे पंजाब दे वेले हुण तां बहुत प्रचलित हो चुका है जी। पिछले दिन एक डिक्शनरी भी किसी कढ़ी है कि उत्थे पंजाब जिस गोरे ने आउणा उहनूं पंजाबी सीखनी पैंदी सी। फिर अर्ज है, इनू एक मत नाल तुसीं जोड़ के ना अर्थ करो, क्यों जी ये शायद फिरका परस्ती। मेरी अर्ज है कि जदों असीं गुरमुखी सीखांगे, गुरमुखी दे अखरां दी बनतर बनार विच बाबा बुढ़ा साहब दा बहुत वड्डा योगदान है जी। गुरु नानक साहब जी, बाबा बुढ़ा साहब जी, भाई पैड़ा मोखा जी, ते खास करके मैं जिक्र करांगा बाबा श्री चंद जी दा जिक्र भी आउंदा है। गुरमुखी दे बनतर जिहड़ी अज तुसीं दर्शन करदे हो दी पूरी तरतीब गुरु अंगद साहब ने दिती है। फिर अर्ज है, क्योंकि जिहड़ी पट्टी गुरु नानक साहब ने लिखी है ऊड़े तो शुरू नहीं हुंदी, वो सस्से तो हुंदी। सस्सै सोए सृष्टि जिन साजी सबना साहिब एक भया। उस गुरमुखी नूं उदों लड़ीवार, क्योंकि उन स्वरूप हो गए ने पदछेद। मैनूं किसी संस्था नाल जुड़िया देखो, पर मैं इस हक च हां कि जे लड़ीवार तो गुरु ग्रंथ साहब की संथ्या की जाए ना, साडा मन भटकन तो टिक जाएगा, क्योंकि लड़ीवार च मन खिंड नहीं सकता। खैर मैं ज्यादा दूर ना जावां। बाबा बुढ़ा साहब ने धन गुरु हरगोबिंद साहब नूं गुरमुखी सिखाई, जपजी साहब का पाठ सिखाया, ते 1631 नूं बाबा जी चलाना करते हैं। उस तो पहला गुरु तेग बहादुर साहब का आगमन हो जाता है, ते गुरु तेग बहादुर साहब जी नूं भी गुरमुखी बाबा बुढ़ा साहब ने सिखाई। उन्होंने जपजी साहब का पाठ सिखाया। पर हजूर बारे कहा जाता है कि शुरू तो बहुत घट बोलते सन जी, बहुत घट बोलना, चुप रहिंदे सन। पर इन्हां दी चुप का अर्थ बाहरमुखी चुप नहीं। इन्हां दे जीवन च एक बहुत वड्डी घटना ने जिहड़ा होर भी गंभीर कर दिता, वो सी बाबा अटल राय जी की मौत। गुरु तेग बहादुर साहब के भराता ने बाबा अटल राय जी, जदों उन्हां दी मौत हुई, उन्हां दे संस्कार च गए आ, अंदर नूं इन्नी क गंभीरता चले गए जी, फिर अक्सर बैराग च रहिंदे सन। ज्ञानी ज्ञान सिंह लिखदे आ कि गुरु तेग बहादुर साहब दे जिहड़े आ दोनों नेत्रां वाले कोर सन, ये सचमुच निरंतर जल वगन दे नाल इस चमड़ी का रंग चिट्टा पै चुका सी। फिर अर्ज है, गुरु तेग बहादुर साहब श्री अमृतसर साहब रहे, फिर पिता जी नाल एक करतारपुर साहब आया जिहड़ा जलंधर नेड़े है। इत्थे आपनूं पता जंग हुई है। इसे करतारपुर ही सतगुरु गुरु तेग बहादुर साहब जी का आनंद कारज माता गुजरी जी नाल हुंदा है। यह भी आपनूं पता होना, माता गुजरी जी का जिहड़ा पेका पिंड पिछोकड़ है, वह है अजकल हरियाणे विच लखनौर, वो पिंड है। जिमें गुरु नानक साहब जी का जिहड़ा पिछोकड़ पिंड है, वह ननकाना साहब नहीं, राय भोए दी तलवंडी नहीं, वो इस पंजाब च पिंड जी। जब तुसीं तरन तारण साहब के नेड़े जाओ, जल्ला साहब नूं पता होना है, उत्थे एक गुरुद्वारा है डेरा साहब, वो स्थान है जी। वह असल च नाम सी पट्ठे विंड। वो पिंड पट्ठे विंड है, तरन तारण के नेड़े है। उस सतगुरां दे जिहड़े बजुर्ग सन, उन्हां दा पिछला पिंड इस पंजाब दे विच है जी। चलो बाद विच वंड हुंदी है। गुरु तेग बहादुर साहब करतारपुर विआह हुंदा है।
ਉਸ ਤੋਂ ਬਾਅਦ ਫਿਰ ਕੀਰਤਪੁਰ ਸਾਹਿਬ ਪਿਤਾ ਜੀ ਨਾਲ ਆ ਜਾਂਦੇ ਨੇ। ਕੀਰਤਪੁਰ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਿਆਈ ਆਪਣੇ ਪੋਤੇ ਨੂੰ ਦੇ ਦਿੰਦੇ ਆ। ਫਿਰ ਧਿਆਨ ਨਾਲ ਸੁਣਿਓ, ਕਿਉਂਕਿ ਇਹ ਇੰਨਾ ਪਤਾ ਤਾਂ ਹਰ ਸਿੱਖ ਨੂੰ ਹੋਣਾ ਚਾਹੀਦਾ ਨਾ। ਜੇ ਬਾਬਾ ਬਕਾਲਾ ਕਹੇ ਇਹਦਾ ਮਤਲਬ ਕੀ ਹੈ? ਬਾਬਾ ਬਕਾਲਾ ਕਿਹਾ, ਮੈਂ ਹੁਣੇ ਤੁਹਾਨੂੰ ਇੱਕ ਅਰਜ਼ ਕੀਤੀ, ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਨੇ ਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਨੇ। ਬਾਬਾ ਗੁਰਦਿੱਤਾ ਜੀ ਦੇ ਦੋ ਬੇਟੇ ਨੇ, ਬਾਬਾ ਧੀਰਮਲ ਜੀ ਤੇ ਗੁਰੂ ਹਰਰਾਏ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰਿਆਈ ਆਪਣੇ ਪੋਤੇ ਗੁਰੂ ਹਰਰਾਏ ਸਾਹਿਬ ਨੂੰ ਦਿੱਤੀ। ਉਹਦੇ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਜ ਜੀ ਨੇ ਫੁੱਲ ਟੁੱਟਾ। ਮੈਂ ਬੜੀ ਸੰਖੇਪ ਜੀ ਬੇਨਤੀ ਕਰ ਰਿਹਾ ਕਿਉਂਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨੇ ਪਏ ਨਾ। ਉਸ ਤੋਂ ਬਾਅਦ ਜਦੋਂ ਗੁਰਿਆਈ ਪੋਤੇ ਨੂੰ ਦੇ ਦਿੱਤੀ, ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ। ਇੱਕ ਦੋ ਸ਼ਬਦ ਹੋਰ ਨੇ ਇਤਿਹਾਸ ਵਿੱਚ, ਜਿੱਥੇ ਮਾਤਾ ਨਾਨਕੀ ਸ਼ਬਦ ਆਵੇ ਉਹਦੇ ਅਰਥ ਇਉਂ ਕਰਿਓ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਤੇ ਜਿੱਥੇ ਬੇਬੇ ਨਾਨਕੀ ਸ਼ਬਦ, ਨਾਨਕੀ ਨਾਲ ਬੇਬੇ ਸ਼ਬਦ ਆ ਜਾਏ, ਇਹਦਾ ਅਰਥ ਹੈ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ। ਮਾਤਾ ਦਾ ਅਰਥ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਉਹਨਾਂ ਬੇਨਤੀ ਕੀਤੀ, ਮਹਾਰਾਜ ਜੀ ਪੋਤੇ ਨੂੰ ਗੁਰਿਆਈ ਦੇ ਦਿੱਤੀ ਤੇ ਮੇਰਾ ਪੁੱਤਰ, ਫਿਰ ਵੀ ਬੇਨਤੀ ਕਰਾਂ ਮਮਤਾ ਮਾਂ ਦੀ, ਨਾ ਤਾਂ ਕਿਸੇ ਨਾਲ ਮਿਲਦੇ ਨੇ, ਨਾ ਜ਼ਿਆਦਾ ਬੋਲਦੇ ਨੇ, ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਆ। ਮੇਰੇ ਪੁੱਤ ਦਾ ਇੱਥੇ ਸਾਡਾ ਇਤਿਹਾਸ ਕਹਿੰਦਾ ਮਹਾਰਾਜ ਨੇ ਇੱਕ ਰੁਮਾਲ ਦਿੱਤਾ, ਇੱਕ ਪੋਥੀ ਦਿੱਤੀ ਤੇ 5 ਸ਼ਸਤਰ ਦੇ ਕੇ ਕਿਹਾ ਸੀ ਤੁਸੀਂ ਕੀਰਤਪੁਰ ਨਹੀਂ ਰੁਕਣਾ, ਤੁਸੀਂ ਬਕਾਲੇ ਚਲੇ ਜਾਓ। ਉਦੋਂ ਬਾਬਾ ਬਕਾਲਾ ਨਹੀਂ ਸੀ, ਸਿਰਫ ਨਾਮ ਸੀ ਬਕਾਲਾ। ਤੁਸੀਂ ਬਕਾਲੇ ਚਲੇ ਜਾਓ। ਤੁਰਦਿਆਂ ਗਿਆ ਸਮਾਂ ਆਏਗਾ, ਇੱਕ ਦਿਨ ਇਸ ਮੇਰੇ ਬੇਟੇ ਨੇ ਗੁਰਿਆਈ ਇਹਦੇ ਕੋਲ ਆਏਗੀ। ਅਗਲੀ ਗੱਲ ਕਹੀ, ਜਿਹੜਾ ਇਹਦੇ ਘਰ ਪੁੱਤਰ ਜਨਮ ਲਏਗਾ ਨਾ ਉਸ ਜੈਸਾ ਕੋਈ ਹੋਏਗਾ ਤੇ ਨਾ ਕੋਈ ਅੱਗੇ ਕਿਸੇ ਨੇ ਜਨਮ ਨਾ ਹੈ। ਮੇਰੀ ਬੇਨਤੀ, ਉਹੀ ਸ਼ਸਤਰ ਮਾਤਾ ਸਾਹਿਬ ਕੌਰ ਨੂੰ ਦਿੱਤੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ, ਜਿਹੜੇ ਗਵਾ ਚੁੱਕੇ ਆ। ਜੀ ਮੈਨੂੰ ਬਖਸ਼ ਦਿਓ, ਕਿਉਂਕਿ ਇਹ ਵੀ ਇੱਕ ਦੁੱਖ ਦੀ ਰਗ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਤੋਂ ਬਕਾਲਾ ਆ ਗਏ। ਇਹ ਵੀ ਆਪ ਨੂੰ ਪਤਾ, ਕੁਝ ਵਿਦਵਾਨ ਕਹਿੰਦੇ ਨੇ ਮਾਰੇ ਪ੍ਰਚਾਰਕ ਦੌਰਿਆਂ ਤੇ ਚਲੇ ਗਏ, ਪਰ ਮੇਰੀ ਬੇਨਤੀ ਜਿਹੜੀ ਪਰੰਪਰਾ ਚੱਲਦੀ ਪਈ ਆ ਆਪਾਂ ਉਹਨੂੰ ਉਲੰਘੀਏ ਨਾ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਮਾ ਸਮਾਂ ਇਬਾਦਤ ਕੀਤੀ, ਉੱਥੇ ਭੋਰੇ 'ਚ ਬੈਠਦੇ ਸਨ। ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ, ਕਿਉਂਕਿ ਅੱਜ ਅਸੀਂ ਸੁਣਨੇ ਆ, ਜਿਹੜਾ ਬੰਦਾ ਪਾਣੀ 'ਚ ਵੜਨ ਤੋਂ ਬਿਨਾਂ ਤਰਨ ਵਾਲਿਆਂ ਤੇ ਕਟਾਕਸ਼ ਕਰਦਾ, ਮੇਰਾ ਖਿਆਲ ਉਹਨੂੰ ਕਟਾਕਸ਼ ਨਹੀਂ ਕਰਨਾ ਚਾਹੀਦਾ। ਆਪ ਤੂੰ ਪਾਣੀ 'ਚ ਇੱਕ ਦਿਨ ਪੈਰ ਵੀ ਨਹੀਂ ਭਿਓਇਆ ਤੇ ਉਹਨਾਂ ਲੋਕਾਂ ਦੀ ਨਿੰਦਿਆ ਕਰ ਰਹੇ ਜਿਹੜੇ ਤਾਰੂ ਨੇ। ਜਿਸ ਬੰਦੇ ਨੇ ਟਿਕ ਕੇ ਕਦੀ ਇੱਕ ਦਿਨ ਜਪਜੀ ਸਾਹਿਬ ਨਾ ਪੜਿਆ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲੈ, ਉਹਨੂੰ ਕੋਈ ਹੱਕ ਨਹੀਂ ਬੰਦਗੀ ਕਰਨ ਵਾਲੇ ਤੇ ਕਟਾਕਸ਼ ਕਰਦੇ। ਜਾਂ ਤਾਂ ਪਹਿਲਾਂ ਕਮਾਏ ਜੀ, ਪਾਣੀ 'ਚ ਵੜ ਕੇ ਦੇਖੇ ਤੇ ਤਾਰੂਆਂ ਦੀ ਆਲੋਚਨਾ ਕਰੇ। ਜਿਹਦੇ ਪੈਰ ਹੀ ਸੁੱਕੇ ਪਏ ਨੇ ਉਹ ਤਾਰੂਆਂ ਦੀ ਆਲੋਚਨਾ ਕਰ ਰਿਹਾ ਜੀ। ਅਗਲੀ ਬੇਨਤੀ ਜੀ, ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਬਕਾਲਾ ਸਾਹਿਬ, ਆਪਾਂ ਇਹ ਕੰਟਰੋਵਰਸੀ ਨਹੀਂ, ਉੱਥੇ ਭੋਰਾ ਹੈ। ਯਾਦ ਰੱਖਿਓ, ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਸੀ, ਜਿੱਥੇ ਵੀ ਜਾਂਦੇ ਸਨ ਲੰਮਾ ਸਮਾਂ ਜਿੱਥੇ ਰਹਿੰਦੇ ਸਨ ਭੋਰੇ 'ਚ ਬੈਠਦੇ ਸਨ। ਆਨੰਦਪੁਰ ਸਾਹਿਬ ਤਾਂ ਗੁਰਦੁਆਰੇ ਦਾ ਨਾਂ ਹੀ ਭੋਰਾ ਸਾਹਿਬ ਹੈ। ਜੇ ਇਹ ਕਹਾਂਗੇ ਮਹਾਰਾਜ ਉੱਥੇ ਨਹੀਂ ਬੈਠੇ, ਤੇ ਜਦੋਂ ਸੀਸਗੰਜ ਦੇ ਸਾਹਮਣੇ ਜਿਹੜਾ ਸਥਾਨ ਹੈ ਆਨੰਦਪੁਰ ਸਾਹਿਬ, ਭੋਰਾ ਸਾਹਿਬ ਹੈ। ਮੈਂ ਲਖਨਊ ਗਿਆ, ਕਾਨਪੁਰ ਜ਼ਰੂਰ ਗਏ, ਉੱਥੇ ਮੈਂ ਕਈ ਥਾਵਾਂ ਤੇ ਸਤਿਗੁਰਾਂ ਜੀ ਦੇ ਸਥਾਨਾਂ ਦੇ ਦੀਦਾਰ ਕੀਤੇ। ਤਕਰੀਬਨ ਉਹਨਾਂ ਦਾ ਸੁਭਾਅ ਸੀ ਇਕਾਂਤ ਵਿੱਚ ਰਹਿਣਾ। ਇਹ ਗੱਲ ਕਹਿਣੀ ਜੀ ਸਿੱਖੀ ਭੋਰਿਆਂ ਵਿੱਚ ਬਹਿਣ ਵਾਲੀ ਖਾਂ, ਪਰ ਪੰਚੀਆਂ, ਪਖੰਡੀਆਂ ਤੇ ਵਿਚਾਰੀਆਂ ਵਾਸਤੇ ਨਹੀਂ। ਪਰ ਯਾਦ ਰੱਖਿਓ, ਭੋਰੇ ਵਿੱਚ ਰਹਿਣ ਵਾਲੇ ਹੀ ਸਿਰ ਤਲੀ ਉੱਤੇ ਰੱਖ ਕੇ ਚੱਲਦੇ ਹੁੰਦੇ। ਜੇ ਇਬਾਦਤ ਹੈ, ਬੰਦਗੀ ਹੈ, ਸਿਮਰਨ ਕਰਦੇ ਹਾਂ, ਮਹਾਰਾਜ ਉੱਥੇ ਲੰਮਾ ਸਮਾਂ ਉੱਥੇ ਬਤੀਤ ਕੀਤਾ। ਇੱਧਰ ਗੁਰੂ ਹਰਰਾਏ ਸਾਹਿਬ ਗੁਰਿਆਈ ਤੇ ਨੇ। ਗੁਰੂ ਹਰਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੁਰਿਆਈ ਤੇ ਆ ਗਏ। 1656 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਆਗਮਨ ਹੋਇਆ। 1661 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੁਰਿਆਈ ਤੇ ਬਿਰਾਜਮਾਨ ਹੋਏ। 1664 ਮਾਰਚ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿਓਤੀ ਦੋ ਸਮਾ ਗਏ। ਬਸ ਆ 3 ਤਰੀਕਾਂ, 1656, 1661 ਸਨ ਕਹਿ ਰਿਹਾ ਮੈਂ, ਤੇ 1664 ਨੂੰ। ਉਸ ਵਕਤ ਜਦੋਂ ਦਿੱਲੀ ਹਜ਼ੂਰ ਜੋਤੀ ਜੋ ਸਮਾਉਣ ਲੱਗੇ ਆ, ਤੇ ਹਜ਼ੂਰ ਦੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਇਹ ਨਹੀਂ ਕਿਹਾ
कि सतगुरु गुरु नानक साहब के घर की रीत है जान तो पहला वो गुरु जोत कित्थे स्थापन करनी है वह इशारा कर दिया तो मर्यादा है। मैं इत्थे एक बेनती की सी, कई बार पूछने पीरी के अर्थ की ने, मीरी के अर्थ आप करने जी, मीरी का अर्थ शस्त्र नाल सियासत नाल करने, पर याद रखियो कली कुर्सी की लालसा रख के की हुई सियासत नूं गुरमत ने नहीं प्रवान किया। फिर अर्ज है उत्थे पीरी का अर्थ बड़ा डूंगा जी। पीरी का अर्थ भी वैसे कृपान नाल कीता महाराज जी ने। आपनूं पता होना भारत विच अंग्रेज़ां दे वेले तक, अंग्रेज़ां दे 47 तक, एक है मुगलों के वेले, पहला लोधी ने, लोधियां तो बाद मुगल आया। मुगल हुंदा सी सम्राट, शहनशाह, बादशाह। बादशाह दे राज विच किन्ने राजे हुंदे सन? जगीरदार हुंदे सन, राजे हुंदे सन। ध्यान नाल सुनियो मेरी बेनती, हर राजे नूं अपने तो बाद गद्दी नशीन जिन्हें होना उहदे बारे लिख के बादशाह नूं देना पैंदा सी। वो जिउंदे जी ये कहंदा हुंदा सी भी मैं हाँ, मेरे तो बाद मेरा आ पुत्र गद्दी नशीन होवेगा। जिवें अरब विच अजे भी, हालांकि वो तो दिंदे नहीं ना, एक बादशाह है सऊदी दा, दूजा उहदा क्राउन प्रिंस है। दुबई का एक बादशाह है, वह पुत्र जिहड़ा अगे उन्होंने ये सिस्टम सी जी कि बादशाह नूं दसना पैंदा सी राजे नूं कि मेरे तो बाद इस गद्दी का कौन जानशी होवेगा। पर अर्ज है बादशाह जिहदे हक हुंदा सी उहदे विच दखल दे के गद्दी दवांदा सी। पर इधर ना गुरु नानक साहब के घर जिहड़ी गद्दी है रूहानी है। मेरी बेनती ध्यान नाल सुनियो, 8 साल के करीब धन गुरु हरकृष्ण साहब की उम्र है। मैं 8 साल शब्द वरत्या दुनियावी। उस तो बाद असी देखने कि बाबा राम राय उदों दिल्ली है जदों गुरु हरकृष्ण साहब जी ज्योति दो समान लगे आ। ध्यान नाल सुनियो, राम राय गुरु हरकृष्ण साहब के सक्के भरा ने। बाबा राम राय गुरु हर राय साहब के बेटे ने। अज तुसी देखो जदों दादियां तो अगे पीढ़ी चलती है ना, अक्सर बंदा कहता नहीं होए वो साडे दूजे बाबे विचों ने, आ साडे विचों ने। बंदा अपनियां दा मोह करदा है। राम राय ने अप्रोच की औरंगजेब तक, मैनू गद्दी चाहिए, मैं इन्हां दा भरा हाँ, मैं गुरु हर राय साहब दा वड्डा बेटा वां। उदों नहीं मिली ते बादशाह मैनू दवाए, पूरा जोर लगा। पर गुरु हरकृष्ण साहब ने फैसला भरा दे हक च नहीं लिया, उन्हें अपने बाबे का नाम लिया। आ है पीरी दे फैसले बादशाह नहीं कर सकता। अर्ज है यह भी तो एक असी कहने चवर छत्र तखत दे मालक के पातशाह है। महाराज जी ने कहा दुनिया के बादशाह दे जानशीन दे फैसले बादशाह करेगा, पर इस घर दे फैसले बादशाह नहीं कर सकता। महाराज जी ने बिल्कुल परवाह नहीं की। पर चलाने तो पहला गुरियाई की समग्री नूं हत्थां नाल 3 वारी परिक्रमा करके क्या बाबा बसे ग्राम बकाले। बाबा का मतलब दादा। फिर सुनो इत्थे बाबा का अर्थ बजुर्ग नहीं करना। बाबा क्यों क्या? क्योंकि गुरु हरकृष्ण साहब दे बाबा जी ने बाबा गुरदित्ता जी। फिर सुनियो, पिता गुरु हर राय साहब जी, दादा बाबा गुरदित्ता जी। बाबा गुरदित्ता जी दे सब तो छोटे भरा ने गुरु तेग बहादुर जी। ते साडे घरां विच असीं बाबे दे भरा नूं बाबा ही कहने आ। महाराज ने कहा गुरियाई मेरे भरा कोल नहीं, ये बकाले जाएगी जिथे मेरा बाबा बैठा होया है। बाबे दा अर्थ है गुरु तेग बहादुर साहब, दादा जी। गुरु तेग बहादुर साहब उस वक्त दिल्ली नहीं जो महाराज चलाना किया, ज्योति जो समाए। इस तुसीं सारे जानते हो भाई मक्खन शाह जी आउंदे आ। भावें फोटोआं वालियां तस्वीर दिखाई काले दाड़े वाली भाई मक्खन शाह दी जी, हिस्टरी पढ़ो, उन्होंने 70 साल तो ज्यादा उम्र सी जो बाबा बकाला साहब आउंदे आ। बजुर्ग हो चुके सन भाई मक्खन शाह, उन्होंने अपने जहाज चलते सन। मुगल हकूमत वेले उन्होंने तोप रखन तक की इजाजत से। भाई मक्खन शाह जी आए, सब नूं तुसीं इतिहास तो जाणियो, मोहरां सब अगे रखियां, दसवंध कढ़िया उन्होंने। ते जदों शाम नूं बिल्कुल बंदा उदास जिंदा हो गया भी महाराज का बचन झूठा नहीं हो सकता। गुरु हरकृष्ण साहब ने कहा बाबा बकाला, कहते मैनू भुलेखा लग सकता है। अखीर तो ना पूछा कोई होर भी है? एक ने कह दिता हाँ। पिंड वाले ने कहा हाँ एक है गुरु हरगोबिंद साहब के बेटे, उन्होंने तो लफ्ज होर तरह का वरत्या ना महाराज ली। कहने बौरा किया जां झल्ला किया। वो कहने घट बाहर निकलते आ, शाम नूं आउंदे आ, वो किसी नहीं मिलते। संगत मिलन जाती घर च,
ਉਹਨੇ ਕਿਹਾ ਮਣਾ ਉਧਰ ਵੀ ਜਾਈਏ। ਜਦੋਂ ਭਾਈ ਮੱਖਣ ਸ਼ਾਹ ਸ਼ਾਮ ਨੂੰ ਉਧਰ ਤੁਰ ਲੱਗੇ ਤੇ ਉਹਨਾਂ ਨਾਲ ਇੱਕ ਤਾਂ ਜਿਹੜੇ ਪਖੰਡੀ ਬੈਠੇ 22 ਮੰਜੀਆਂ ਕਈਆਂ ਜਾਂਦੀਆਂ ਨੇ ਉਂਝ ਗਿਣਤੀ ਵਿੱਚ, ਮੈਂ ਕੋਈ ਨਵੀਂ ਗੱਲ ਨਹੀਂ ਕਰ ਲੱਗਾ, ਮਸੰਦ ਹੋ ਸਕਦੇ ਨੇ ਹੋਰ ਹੋਣ, ਦਾਅਵੇਦਾਰ 2-3 ਹੀ ਸਨ ਬਸ। ਭੱਲੇ ਤਾਂ ਇਹਨਾਂ ਦੇ ਨਾਲ ਸਨ, 3 ਇਹਨਾਂ ਦੇ ਨਾਲ ਸਨ, ਇਹ ਜ਼ਿਆਦਾ ਸੋਢੀਆਂ ਵਿੱਚੋਂ ਸਨ ਜੀ। ਉੱਥੇ ਜਦੋਂ ਸਤਿਗੁਰੂ ਦੇ ਘਰ ਨੂੰ ਚੱਲੇ ਭਾਈ ਮੱਖਣ ਸ਼ਾਹ, ਤੇ ਨਾਲ ਇੱਕ ਤਾਂ ਇੱਥੋਂ ਦੇ ਸਾਰੇ ਲੋਕ, ਦੂਜੇ ਉਹਦੀ ਆਪਣੀ ਫੌਜ ਸੀ, ਲਾਮ ਲਸ਼ਕਰ। ਆਵਾਜ਼ ਬੜੀ ਉੱਚੀ ਆਈ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਜਦੋਂ ਘਰ 'ਚ ਵੜੇ ਰੌਲਾ ਬਹੁਤ, ਤੇ ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਆ ਸੇਵਾਦਾਰ ਨੂੰ, ਅੱਜ ਆਪਣੇ ਘਰ 'ਚ ਇੰਨੀਆਂ ਆਵਾਜ਼ਾਂ ਕਿਉਂ, ਇਹ ਰੌਲਾ ਕਾਹਦਾ? ਉਹਨਾਂ ਕਿਹਾ ਮਹਾਰਾਜ ਜੀ ਇਹ ਨਾ ਮੱਖਣ ਸ਼ਾਹ ਆਇਆ ਜੀ, ਵਪਾਰੀ, ਉਹ ਦਰਸ਼ਨ ਕਰਨ ਆਇਆ ਜੀ। ਸਤਿਗੁਰਾਂ ਨੇ ਕਿਹਾ ਉਹਨੂੰ ਰੋਕ ਕੇ ਕਹੋ ਗੁਰੂ ਘਰ ਮੱਥਾ ਟੇਕਣ ਦੀ ਜਾਚ ਸਿੱਖੇ, ਇੱਥੇ ਰੌਲੇ ਪਾ ਕੇ ਨਹੀਂ ਆਈਦਾ ਹੁੰਦਾ। ਇਹ ਸ਼ਬਦ ਕਿਹਾ। ਇਹ ਅਦਬ ਵਾਲਾ ਘਰ ਹੈ, ਇੱਥੇ ਵਿਖਾਵਾ ਪੈਸੇ ਦਾ, ਫੌਜਾਂ ਦਾ ਨਹੀਂ। ਉਹਨੇ ਜਾ ਕੇ ਸਿੱਧਾ ਹੀ ਇਹ ਕਹਿ ਦਿੱਤਾ ਕਿ ਮਹਾਰਾਜ ਜੀ ਨੇ ਸ਼ਬਦ ਕਿਹਾ ਵੀ ਇੱਥੇ ਤਾਕਤ ਦੇ ਪ੍ਰਗਟਾਵੇ ਨਹੀਂ, ਇੱਥੇ ਆਪਾਂ ਮਾਰ ਕੇ ਆਈਦਾ ਹੈ। ਜਦੋਂ ਇਹਨਾਂ ਸ਼ਬਦ ਕਿਹਾ ਮੱਖਣ ਸ਼ਾਹ ਦੀਆਂ ਅੱਖਾਂ ਭਰ ਉਹਨੇ ਕਿਹਾ ਸਾਰੇ ਮੇਰੀਆਂ ਸਿਫਤਾਂ ਕਰਨ ਵਾਲੇ ਆਏ, ਪਹਿਲਾ ਹੈ ਜਿਹਨੇ ਰੋਕ ਕੇ ਕਿਹਾ ਉਹ ਗੁਰਮਤ ਨਹੀਂ ਹੂੰ। ਪਰ ਭਾਈ ਜੀ ਨੰਗੇ ਪੈਰੀ ਗਿਆ, ਉਹਨੇ ਮਹਾਰਾਜ ਅੱਗੇ ਵੀ ਪੈਸੇ ਰੱਖੇ। ਇਹ ਤਾਂ ਖੇਡ ਵਾਪਰੀ ਹੈ ਜੀ। ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਸਮਰੱਥ ਨੇ, ਉਹਨੇ ਜਦੋਂ ਪੈਸੇ ਰੱਖੇ, ਸਾਡਾ ਇਤਿਹਾਸ ਕਹਿੰਦਾ ਮਹਾਰਾਜ ਨੇ ਚਾਦਰ ਲਾ ਕੇ ਦਿਖਾਇਆ, ਕਹਿਣ ਲੱਗੇ ਇਸ ਘਾਸੀ ਪਈ ਹੋਈ ਹੈ। ਸੱਚੀ ਮੁੱਚੀ ਗੁਰੂ ਤੇਗ ਬਹਾਦਰ ਬੇੜੇ ਕੰਨੇ ਲਾਉਂਦੇ ਆ ਜੀ। ਫਿਰ ਅਰਜ ਹੈ, ਉਹਦਾ ਬੇੜਾ ਡੁੱਬਣ ਲੱਗਾ, ਮੋਢਾ ਲਾ ਕੇ ਮੋਢੇ ਤੇ ਜ਼ਖਮ ਕਰਕੇ ਉਹਦਾ ਬੇੜਾ ਕਿਨਾਰੇ ਲਾ ਦਿੱਤਾ। ਬਖਸ਼ ਦਿਆ ਜੀ, ਹਿੰਦੂ ਧਰਮ ਦਾ ਬੇੜਾ ਡੁੱਬਣ ਲੱਗਾ। ਸੱਚੀ ਸ਼ਬਦ, ਬੇੜੀ ਡੁੱਬਣ ਲੱਗਾ ਸੀ ਔਰੰਗਜ਼ੇਬ ਨਾ, ਗੁਰੂ ਤੇਗ ਬਹਾਦਰ ਨੇ ਸਿਰ ਲਾ ਕੇ ਬੇੜਾ ਕਿਨਾਰੇ ਲਾ ਦਿੱਤਾ। ਮਹਾਰਾਜ ਜੀ ਨੇ ਕਿਹਾ ਅਜੇ ਤਾਂ ਨਿਸ਼ਾਨ ਨੇ। ਬਸ ਉਹ ਬੰਦਾ ਜਿਵੇਂ ਬੌਰਾ ਹੀ ਹੋ ਗਿਆ, ਉਹ ਕੋਠੇ ਤੇ ਚੜਿਆ, ਉਹਨੇ ਪੱਲੂ ਦੇ ਕੇ ਕਿਹਾ ਭੁੱਲੀਏ ਸੰਗਤੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਹ ਜਿਹੜੀ ਸਮੱਗਰੀ ਦਿੱਲੀ ਤੋਂ ਆ ਰਹੀ ਸੀ ਉਹ ਵੀ ਫਿਰ ਪਹੁੰਚ ਗਈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪ੍ਰਗਟ ਹੋਏ, ਉਸੇ ਸ਼ਾਮ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਲੀ ਚੱਲੀ। ਆਪ ਜੀ ਨੂੰ ਪਤਾ ਹੋਣਾ ਇਸ ਬਾਰੇ। ਜਦੋਂ ਮਹਾਰਾਜ ਪ੍ਰਗਟ ਹੋ ਗਏ, ਮੱਖਣ ਸ਼ਾਹ ਆਪਣੇ ਡੇਰੇ ਚਲਾ ਗਿਆ। ਛੀਏ ਮਸੰਦ ਨੇ ਧੀਰਮਲ ਨੂੰ ਕਿਹਾ ਜੇ ਅੱਜ ਇਹ ਗੱਲ ਬਣ ਗਈ ਇਹਨਾਂ ਦੀ, ਤੇਰੇ ਪੱਲੇ ਕੁਛ ਨਹੀਂ ਬਹਿਣਾ। ਉਹਨੇ ਫਿਰ ਛੀਏ ਮਸੰਦ ਨੂੰ ਕਹਿ ਕੇ ਗੋਲੀ ਚਲਵਾਈ। ਮਹਾਰਾਜ ਬਾਹਰ ਨਿਕਲੇ ਸਨ ਜੀ, ਗੋਲੀ ਸਤਿਗੁਰਾਂ ਦੇ ਮੱਥੇ ਨੂੰ ਛੂ ਕੇ ਨਿਕਲ ਗਈ। ਇਤਿਹਾਸ ਕਹਿੰਦਾ ਥੋੜੇ ਜਿਹੇ ਖੂਨ ਦੇ ਤੁਪਕੇ ਨਿਕਲੇ। ਮਾਤ ਨਾਨਕੀ ਨੇ ਮੱਥਾ ਪੂੰਝਿਆ। ਗੁਰੂ ਤੇਗ ਬਹਾਦਰ ਗੋਲੀ ਚੱਲਣ ਲੱਗਿਆਂ ਰੁਕ ਗਏ। ਜਦੋਂ ਗੋਲੀ ਚੱਲਣੀ ਬੰਦ ਹੋ ਗਈ ਤੇ ਆਵਾਜ਼ ਦੇ ਕੇ ਪਤਾ ਸ਼ਬਦ ਕੀ ਕਹਿੰਦੇ ਨੇ, ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ। ਵਾਹਿਗੁਰੂ ਇਹੋ ਜੀ ਏਡੀ ਜਰਾਂਦ ਕਹੇ ਧੀਰਮਲ, ਪਰਮਾਤਮਾ ਤੇਰਾ ਭਲਾ ਕਰੇ, ਪਰਮਾਤਮਾ ਤੇਰਾ ਭਲਾ ਕਰੇ। ਇਹ ਗੱਲ ਚੇਤੇ ਰੱਖਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਪਰਮਾਰਥ ਵਿੱਚ ਇਹ ਆਪਾਂ ਕਹਾਂਗੇ ਵੀ ਸਾਨੂੰ ਰਿਐਕਟ ਕਰਨਾ ਚਾਹੀਦਾ, ਜਵਾਬ ਦੇਣਾ ਚਾਹੀਦਾ। ਜਦੋਂ ਆਪਾਂ ਅੰਦਰੋਂ ਸਾਫ਼ ਆ ਨਾ, ਲੱਖ ਬੰਦੇ ਬੁਰਾਈ ਕਰਨ, ਸਿਰਫ ਰੱਬ ਉੱਤੇ ਛੱਡ ਦਿਆ ਜੇ। ਜਦੋਂ ਰੱਬ ਇਨਸਾਫ ਕਰਦਾ ਨਾ, ਜੜਾਂ ਪੱਟ ਕੇ ਰੱਖ ਦਿੰਦਾ ਹੈ। ਉਹਨਾਂ ਮਹਾਰਾਜ ਨੇ ਕਿਹਾ ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ। ਬਹੁ ਬਾਰ ਸਤਿਗੁਰੂ ਕਹਿਓ ਸ਼੍ਰੀਪਤ ਗੁਣੀ ਗਹੀਰ। ਕਿੰਨੀ ਵਾਰ ਕਿਹਾ। ਮੱਖਣ ਸ਼ਾਹ ਨੂੰ ਜਾ ਦੱਸਿਆ, ਜਿਸ ਗੁਰੂ ਨੂੰ ਪ੍ਰਗਟ ਕੀਤਾ ਉਹਦੇ ਤੇ ਗੋਲੀ ਚੱਲ ਗਈ। ਉਹ ਬੰਦਾ ਤਾਕਤ ਵਾਲਾ ਸੀ। ਉਹ ਫਿਰ ਆਇਆ ਆਪਣੇ ਫੌਜੀ ਲੈ ਕੇ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਨਹੀਂ ਗਿਆ, ਸਿੱਧਾ ਧੀਰਮਲ ਦੇ ਘਰ ਗਿਆ। ਉਹਨੇ ਕਿਹਾ ਤੂੰ ਗੁਰੂ ਸੰਤਾਨ ਵਿੱਚੋਂ ਹੈ, ਨਹੀਂ ਤੇ ਤੈਨੂੰ ਮੈਂ ਉਡਾ ਦੇਣਾ ਸੀ। ਉਸ ਮਸੰਦ ਨੇ ਜਿਹਨੇ ਗੋਲੀ ਚਲਾਈ ਉਹਦੀਆਂ ਮੁਸ਼ਕਾਂ ਬੰਨ ਲਈਆਂ। ਜਿੰਨਾ ਸਮਾਨ ਸੀ ਸਾਰਾ ਉਹ ਲੁੱਟ ਕੇ ਖੋਹ ਕੇ ਲਿਆ। ਉਹ ਵਾਪਸ ਲੈ ਕੇ ਆਏ। ਜਦੋਂ ਵਾਪਸ ਲੈ ਕੇ ਆਏ, ਗੁਰੂ ਤੇਗ ਬਹਾਦਰ ਸਾਹਿਬ ਹੱਸ ਕੇ ਕਹਿੰਦੇ ਮੱਖਣ ਸ਼ਾਹ ਬੜੇ ਆਰਾਮ ਨਾਲ ਬੈਠੇ ਸਾਂ, ਕਈ ਸਾਲਾਂ ਦੇ ਬੈਠੇ ਸਾਂ, ਕੋਈ ਆਵਾਜ਼ ਨਹੀਂ ਆਈ। ਅੱਜ ਹੀ ਮਾਇਆ ਦਾ ਢੇਰ ਲੱਗਾ, ਅੱਜ ਹੀ ਗੋਲੀ ਚੱਲ ਗਈ ਹੈ। ਕਹਿਣ ਲੱਗੇ ਫਿਰ ਚੁੱਕ ਲਿਆ ਪਵਾੜੇ ਦੀ ਜੜ। ਕਹਿਣ ਲੱਗੇ ਦੇ ਦੇ ਇਹਨੂੰ। ਅਗਲੀ ਗੱਲ ਜਿਹੜੀ ਕਹੀ, ਮੈਂ ਇੱਕ ਵਾਰੀ ਅਮਰੀਕਾ ਕਥਾ ਕੀਤੀ, ਉਹ ਸਿੰਘ ਥੋੜੇ ਜਿਹੇ ਹੋਰ ਤਰ੍ਹਾਂ ਹੋ ਗਏ ਜੀ, ਇਹ ਗੁਰਮਤ ਨਹੀਂ ਹੈਗੀ। ਨਹੀਂ ਪਿਆਰਿਓ, ਕਿਸੇ ਬੰਦੇ ਨੂੰ ਤਾਕਤ ਹੋ ਕੇ ਮਾਫ ਕਰ ਦੇਣਾ, ਇਹ ਸੂਰਮਿਆਂ ਦਾ ਕੰਮ ਹੁੰਦਾ ਹੈ। ਫਿਰ ਅਰ ਸੁਣਿਓ,
हाँ कीमत पल्ले कुछ ना हो, डरदा मारा कहे मैं तेन खिमा किया, वो कमजोरी कहे। ताकत होने के बावजूद किसी को माफ कर देना बहादुरी होंगी है। महाराज गुरु तेग बहादुर साहब ने कहा खिमा कर दे। मैं अर्ज करा, इथों भाई मक्खन शाह फिर सतगुरां नाल अमृतसर आया, जिथे दरवाजे बंद कर दिते गए। इथों फिर सतगुरु पिंड वल्ले गए, वल्ले फिर माइयां अमृतसर दियां गईयां। हजूर ने कहा माइयां रब रजाइयां गुरभगती लाइयां। इथों भाई मक्खन शाह इन्हां नूं मसंदां नूं प्रेर के लै गया कि तुसीं चलो खिमा मंगो। जदों ये गए उत्थे गुरुदेव ने कहा सी, नह मसंद तुम अमृत सरिए, तृष्णा अगन ते अंतर सड़िए। ਇਹਦਾ अर्थ सी तुसी गद्दियां दे बहन दे लायक नहीं, तुसी अंदरों सड़ चुके हो, असीं तां नमस्कार करना आए सी, कब्जे कर नहीं आए। इथों गुरु तेग बहादुर फिर मालवा रटन करते हैं जी। एक मालवा रटन की पोथी मारे गुरु तेग बहादुर साहब के सब तो ज्यादा स्थान जिहड़े ने तुहानूं पता होना मालवे की धरती ते ने, महाराज दे हरियाणे च मिलणगे। महाराज के स्थान जाट बहुत प्यार करते सन। हरियाणे तक कई पिंड ऐसे ने जिथे एक भी सिखां दा घर नहीं, पूरे पूरे जाटां दे घर ने। अज भी गुरु तेग बहादुर साहब के स्थान नूं नमस्कार करते। मैं बेनती करा, उस वक्त फिर सतगुरां ने माखोवाल का जिहड़ा स्थान है, ये जमीन खरीद के गुरु तेग बहादुर साहब ने जिहड़ी मोड़ी गड्डी, इहदा नाम रखा गया चक नानकी। मैं बड़ा संखेप जिहा मैं इतिहास ही बेनती कर रहा। इथों फिर सतगुरु पूरब नूं जांदे सारियां थावां ते। मैं बेनती करा, उदों मालवे विच धमतान साहब जिहड़ा स्थान है, ये भी मालवे विच सी। इत्थे सतगुरां ने एक बख्श दित्ती सी भाई मियाँ साहब जी नूं। शायद आपनूं पता होना, सिੱਖੀ च 4 धूणे होए ने ते 6 बख्शां होईयां ने। बहुत घट पता है जी। 4 धूणे 6 बख्शां, इहदे विचों एक बख्शिश स्थान गुरु तेग बहादुर साहब जी दी भाई मियाँ साहब जी नूं। इत्थों महाराज पूरब जांदे आ, सतगुरु इलाहाबाद पहुंचते आ। उत्थे गुरु तेग बहादुर साहब के घर माता गुजरी की कुख च प्रकाश हुंदा है गुरु गोबिंद सिंह का। मैं 2 लफ्ज वरते ने, प्रकाश ते जन्म। उत्थे फिर सतगुरां ने लिखिया, मुरपित पूर्व की इस प्याना, भांत भांत के तीर्थ नाना, जब ही जात तरबैणी पए, पुन दान दिन करत बताए, तही प्रकाश। प्रकाश है उधर है मैं आए किया निवास, तही प्रकाश हमारा पयो। तही प्रकाश ओनू जोड़ के देखिए, प्रकाश होया तरबैणी ते जन्म किथे होया पटना शहर विखे भव लयो। गुरु तेग बहादुर साहब पटना साहब गए। महाराज जी दी मैं आपनूं बेनती करा, तकरीबन उम्र उस वक्त 45 साल की हो चुकी सी। तकरीबन मैं कह रहा, तकरीबन शब्द जो वरतना मैं महीने नहीं गिनता। 45 साल की उम्र है गुरु तेग बहादुर साहब की। 41 साल की उम्र है माता गुजरी जी की। विआह होया नूं 32-33 साल हो चुके आ, घर अजे पुत्र धी नहीं। मैं एक दिन मंजी साहब भी कहा सी, गुरु गोबिंद सिंह जी वर्गे अज तां चलो ये साडे घरां च, असीं अपनी भी गल करने आ, किहड़ा सिस्टम है जी। तुसीं देखो, जिस बंदे ने गर्भ जोन विचों निकल के आउणा, गर्भ जोन बाणी ने कहा, उहदे वास्ते परिवार के मां की कर रही उहदे लई, बाप की कर लिया उहदे लई। सिर्फ बच्चा, बीबियो भैणो गुस्सा ना करियो, मैं सच कहना कि जिस बच्चे की नींह ही चंचलताई ते वासना पूरत बिरती मां दी होवे, वो जन्म लैके की संत बन जूगा। मां दी कुख विच संतान होवे जो ध्यान टिका के, मेरी फिर बेनती है, वो 9-10 महीने सिर्फ बंदगी, सिर्फ सिमरन, सतगुरां दी बाणी दा पहरा देवे ना प्यारियो, जन्म तो बाद वो बच्चा गुरु का सिख जरूर होवेगा। इसनूं मेरी बेनती नूं ध्यान नाल सुनियो दोबारा जी प्लीज। ये बड़ी वड्डी प्रॉब्लम, असीं मरण तो बाद लोकां नूं इकट्ठियां करके अरदासां कराने, वो जिहड़े महीने ने वो इन्ने ने, उस जीव लई बहुत कुछ कर सकने आपां जी। घर दे विच लगातार बाणी चले, जिथे मां ने बैठना उत्थे बाणी चले, वो आ पाठ करे। सब नूं मां नूं पता है बच्चे दी हरकत दा, जदों वो हरकत करे उन्होंने ध्यान नाल गुरु का शब्द पहुंचाए, उन सच्ची मुची सुरत नाल। महाराज ने क्या इत्थे, महाराज दा वचन है, देखो एक तो अपनी गल कर दिया गुरु गोबिंद सिंह महाराज के ए विद करत तपस्या भयो द्वैते एक रूप होए गए। उच एक वचन पढ़ियो ध्यान नाल,
अपनी गल करदियां करदियां महाराज कहते तात मात मुर अलख आराधा बहुविध जोग साधना साधा तिन जो करी अलख की सेवा तांते पै प्रसन्न गुरदेवा। ये चार तीन तुकां ध्यान नाल सुनियो। कहते साडी भगत भगत जिहड़ा द्वै तो एक हो गया ਉਹਦੇ वास्ते मां बाप भी तो ਉਹੀ ਚਾਹੀਦੇ ना ਜਿਹੜੇ द्वै तो एक होए होणगे। ਉੱਥੇ सतगुरां ने कहा ਇਹ विध करत तपस्या भयो द्वै ते एक रूप हो गयो। अगे कहने तात मात मोर अलख आराधा बहुविध जोग साधना साधा तिन जो करी अलख की सेवा तांते पै प्रसन्न गुरुदेवा। तिन प्रभ जब आय समझ दियो तब हम जन्म कलू में लियो। मां गुजरी जी 33 साल हो चुके ने गुरु तेग बहादुर साहब दे लड़ लगियां। 32-33 साल की जिहड़ी साधना कोई छोटी साधना नहीं होंदी। जिस दिन गुरु गोबिंद सिंह जी का आगमन होया उस दिन गुरु तेग बहादुर अपने घर नहीं सन। बड़ी वड्डी गल है जी। असीं गृहस्थी हाँ। मैं अक्सर कहना हुन्ना दिल्ली सीसगंज अपने घर संतान होनी होवे कि इहदा विआह 5-7 साल होए कौन होया बच्चा होना होवे बच्चे लोग तो सदाई हो जाते हैं। साडे घर बेबी आ रहा इन्ने खुश प्यारिओ गुरु तेग बहादुर साहब वर्गा नरमोह किसी को होवेगा पर वो प्यार करते आ मोह च नहीं। घर 33 साल बाद संतान होनी आप घर नहीं। जिस दिन पुत का जन्म होया उस दिन गुरु तेग बहादुर ढाके बैठे हुए। श्रीमान भाई वीर सिंह जी ने लिखा है कि अमृत वेले गुरु गोबिंद सिंह जी का आगमन होया ते गुरु तेग बहादुर साहब उस दिन सारी रात जो भाई साहब ने लिखे सारी रात चौंकड़े सन। सवेरे मुस्कुराए आ ते सेवादार ने पूछा महाराज अज उंज भी तुसी प्रसन्न चित कहन लगे अज जुल्म दियां जड़ां पट्टन वाला गुरु नानक दा 10वां जामा धरती ते आ चुका। इसनूं मेरे मन च कई बारी आउंदा है असीं इस गल नूं समझण दी बजाए ये कहिए जी महाराज नूं किवें पता लग गया। वो गुरमुखो वो गुरु नानक साहब दी जोत है। जे पंजाब च बैठा भीखन शाह चढ़दे नूं मत्थे टेकदा पिया वो तां गुरु तेग बहादुर सच्चा पातशाह पर वापस नहीं आए। सच्ची अगे चले गए असाम पहुंचते आ। गुरु गोबिंद सिंह जी की उम्र 5 साल की हो चुकी जो पिता होंगे। कोई छोटी गल नहीं 5 साल जदों आए आ ये खबर हो गई। गुरु गोबिंद सिंह गोबिंद राय उदों कहते सन जी उंज वैसे ये ਜਿਹੜੀਆਂ साडी हुक्मनामे ਵਿੱਚ गोबिंद दास है गोबिंद दास के जन्म की बधाई हो। उंज सतगुरां ने वरते है सगल द्वार को छाड़ के गयो त्वारो द्वार बाएं गए की लाजस गोबिंद गोबिंद दास। महाराज उत्थे पता लग गया भी गुरु तेग बहादुर साहब आए आ। जिहड़े पटना साहब गए तुहानूं पता है माता नानकी जी माता गुजरी जी मामा किरपाल चंद जी भाई दयाला जी क्योंकि भाई दयाला जी नूं पटना साहब छड्ड गया महाराज। जिहड़े जिहड़े देग चों वाले गए ना वो पटना साहब सन पिछे ते हुक्मनामिਆਂ च महाराज कहंदे आ पटना साहब दी संगत नूं भाई दयाले का कहा होया गुरु का कहा समझना। ये सारा परिवार जिथे गुरु का बाग है पटना साहब बाहर इत्थे फिर सारा परिवार मिलन जाता है। गुरु तेग बहादुर साहब बैठे ने बाग सुक्का सी जी करीम बख्श दा रहीम बख्श दा। पिता नूं पहली बार पुत्र ने ये मैं दुनियावी शब्द वरत रहा कादियां पहली बार पता नहीं किहड़ियां बख्शां किहड़ियां खेडां ने अपनियां जी पर संसारी तौर ते पहली बार पिता जी नूं देखिया ते 5 साल की उम्र करीब कह रहे दौड़ के पिता जी कोल गए। सतगुरां ने उठ के पुत्र नूं गोदी च लै लिया सीने नाल घुट के लाया क्या जांदा सुक्का बाग हरा हो गया। वो फिर सतगुरां दे नाम करा दिता गया। इत्थे फिर सतगुरु पटना साहब आउंदे आ। पटना साहब कुछ दिन रुकन तो बाद गुरु तेग बहादुर साहब पंजाब आ जाते हैं। उस तो बाद फिर गुरु गोबिंद राय जी पटना साहब तो चलते हैं आनंदपुर साहब नगर वसना शुरू हो गया। इत्थे प्रिंसीपल सतबीर सिंह लिखते आ कि जो महाराज आए चक नानकी सी ना ते पिता गुरुदेव जी नूं देख के महाराज जो मिलते हैं दोबारा इत्थे ते यही शब्द पढ़ते आनंद पया मेरी माए सतगुरु में पाया। उंज बचित्र नाटक च गुरुदेव ने भंगाणी की युद्ध तो बाद जिक्र किया भी असी कहलूर दे विच आनंदपुर साहब गांव बनिया है। यदा मतलब ना उहदा दशमेश पिता जी ने लिया।
ਇੱਥੇ ਪਿਤਾ ਗੁਰਦੇਵ ਦੇ ਕੋਲ ਰਹੇ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਸਾਲਾਂ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ, ਕੀਨੀ ਅਨਕ ਭਾਂਤਾ ਰੱਛਾ, दीनी भांत भांत की शिक्षा। अगे कहते जब हम कर्म धर्म वो आए, देवलोक तक पिता सदाए। इत्थे फिर गुरु तेग बहादुर साहब जी ने गुरु गोबिंद सिंह जी की दुनियावी तलीम का भी बहुत प्रबंध किया। संस्कृत, फारसी, हिंदवी, ब्रज भाषा, अरबी पिता जी ने उत्थे महाराज ने कहा सानू अनेकों तरह की सिक्ख्या दी गई। प्यारो जिहड़ा दिन तुसी मनाते पे हो, गुरु तेग बहादुर साहब के सन्मुख 16 कश्मीरी पंडित आए सन। इन्हां दा जिहड़ा जथा सी जिन्ने को मैं पढ़िया खोड़ च लिखिया जी 16 आया। इन्हां विचों जिहड़ा आगू सी वो भाई किरपा राम दत्त सी मटन दा। जिहड़े कश्मीर गए मैं उत्थे गया जी, जिथे महाराज ब्रह्मदास नहीं मिले, पढ़ गड्डी लदियां, ये उन्हां विचों है। ये फिर आए तो तुसी आनंदपुर साहब जाते हो, तो मेरा ख्याल गुरुद्वारा बना दिता है। इन्हां ने फिर खलो के पुकार की सी। पर एक मेरी बेनती है, इस गुरु बख्शीश नूं दवैश अर्थ ना करिए। मेरी गल ध्यान ना सुनियो कि तुहानूं बचा दिता, तुहानूं आ कर दिता। मेरी एक बेनती है, गुरु का बिरद ही ये वे। 3 शब्द वरते गुरु तेग बहादुर साहब लई तवारीख ने। एक वरत्या हिंद की चादर, दूजा वरत्या धर्म की चादर, ते गुरु गोबिंद सिंह दी जिहड़े दरबारी कवि सेनापत ने उन्हें शब्द वरत्या सृष्टि की चादर। गुरु तेग बहादुर सच्चे पातशाह कल्ले एक धर्म दे ने जी। प्यारो सृष्टि विच कल्ला ये प्लैनेट नहीं आउंदा। इस धरती की तां साइंस कहती है भी एक रेत दे कण जिन्नी म्याद वैल्यू है इस सारे पसारे च। गुरु तेग बहादुर साहब सृष्टि की चादर ने। इन्हां ने फिर बेनती की। कश्मीर के गवर्नर नूं औरंगजेब ने कह दिता, लालच नाल डरावे नाल वो सारे तुसीं दान दिओ भी ये इस्लाम च आउणी चाहीदी है। ते मैं एक तुहानूं बेनती करांगा, मैं सिख प्रचारक हाँ, मैं बिल्कुल कहना सिख नूं अमृत छकना चाहिए गुरु वाले, पर किते भी सिक्खी विच धक्के नाल ते लालच नाल बंदे नूं प्रवेश नहीं कराया जाता। ये कौड़ा सच जे। ਜਿਹੜਾ ਬੰਦਾ ਪੈਸਿਆਂ ਨਾਲ ਧਰਮ ਬਦਲਦਾ ਪਿਆ ਉਹ ਧਰਮ ਨਹੀਂ ਹੋ ਸਕਦਾ ਜੀ, ਉਹ ਵਪਾਰੀ ਹੋ ਸਕਦਾ ਹੈ। ਠੀਕ ਹੈ, ਗਿਣਤੀ ਵੱਧ ਸਕਦੀਆਂ, ਵੋਟਾਂ ਵੱਧ ਸਕਦੀਆਂ ਨੇ। ਫਿਰ ਅਰ ਸੁਣਿਓ, ਵੋਟਾਂ ਦਾ ਘਾਟਾ ਵਾਧਾ ਹੋ ਸਕਦਾ ਜੇ ਤੁਸੀਂ ਕਹੋ ਧਰਮ। ਜਿਹੜਾ ਧਰਮ ਪੈਸੇ ਲੈ ਕੇ ਬੰਦਾ ਚੇਂਜ ਕਰ ਰਿਹਾ ਉਹ ਧਰਮ ਨਹੀਂ ਹੁੰਦਾ, ਇੱਕ ਧੜਾ ਹੁੰਦਾ ਹੈ। ਇੱਥੇ ਤੇ ਪਿਆਰੇ ਸਿਰ ਤੇ ਆਰਾ ਚੱਲ ਜਾਂਦਾ ਪਰ ਧਰਮ ਤਬਦੀਲ ਨਹੀਂ ਹੁੰਦਾ। ਅਰ ਧਿਆਨ ਨਾਲ ਸੁਣਿਓ ਥੋੜੀ ਜੀ। गुरु तेग बहादुर साहब जी के सामने आए, उन्होंने जिहड़े शब्द वरते वो कहने लगे, महाराज पंडित किरपा राम दत्त अगे आए। उन्हें बेनती की, महाराज तिलक जंजू खतरे च है, संध्या तरपण गायत्री खतरे च है, वेद मंत्र खतरे च ने। महाराज गुरु तेग बहादुर सुनी गए। साडा इतिहास कहता 9 साल की उम्र गुरु गोबिंद राय जी आए, उदास सन सारे। महाराज जी ने कहा ये क्यों उदास ने? साडा इतिहास कहता उन्हें क्या पुत्र, इन्हां दा अकीदा, इन्हां दी शरदा, इन्हां दा धर्म खतरे च है। पुछदे ने फिर इत्थे किवें आए? कहन लगे अज गुरु नानक दे दरवाजे ते आ गए। वो जिहड़े शब्द वरते उन्होंने ये कहा सी, गज के बंधन काटन हारे, तुम गुरु नानक हो अवतारे, जिम द्रौपदी राखी लाज, दै सवार सदामे काज। हे गुरु तेग बहादुर जी, साडा कृष्ण भी तू है, साडा रब भी तू है। सच वे जिवें द्रौपदी की पत ढकी है, साडी पत ढक लै। उन्हां उदाहरण दित्तियां। महाराज जी गुरु तेग बहादुर साहब जी ने कहा ये धर्म खतरे च इन्हां दा। कहने लगे बच सकता है? कहने लगे हाँ, जे कोई महापुरख अपने आप को कुर्बान करता है। इस गल नूं याद रखियो, उसे साल ही सरमद का कतल होया, उसे साल ही गुरु तेग बहादुर शहीद होया। सरमद का पता होना तुहानूं? मैं वैसे गया मत्था टेकन नहीं, जामा मस्जिद के बिल्कुल बाहर उसकी कबर है। सरमद की इक्को साल ही होया। ते विद्वान कहंदे औरंगजेब मुगलों की सल्तनत बिल्कुल ना जाती जे गुरु तेग बहादुर वर्गे पुक पाक अवतार का इन्हां ने कतल, उन्होंने कतल ही कहना, उस खून ने इन्हां नूं रात टिकन नहीं दिता।
उन्होंने कहा महाराज खतरे च कोई महापुरख, मैं कहना किड्डी वड्डी जुरत गुरु गोबिंद सिंह जी ने कहा पिता जी तुहाडे तो वड्डा कोई महापुरख नहीं हो सकता। सच वे मैं गुरमुखो तुहानू एक बेनती करा, हुण तां फिरका परस्ती पै गई ना चार चवेरे। ए मुल्क हिंदू वीरो मेरे हाथ जोड़ के बेनती है, असी गुरु तेग बहादुर का करजा कभी भी नहीं ला सकते, कभी भी नहीं ला सकते जी। असी भी कह रहे हैं विच साडे, मैं पिछले दिन ही कहा सी मंजी साहब राम नारायण सिंह जी दर्दी साडे कवि बड़े बड़े कोई आ, उन्होंने कहा सी जदों इन्हां कहा महाराज खतरे च हजूर नूं कहा तुहाडे तो वड्डा कौन, वो किड्डी वड्डी जुरत कह देना औरंगजेब नूं कह दिओ गुरु तेग बहादुर साडा आगू है, गुरु तेग बहादुर साडे आगू ने, ओनू बदला लोगे असी सारे बदल देंगे। ਇਹਦਾ मतलब हिंदुस्तान का हिंदू धर्म सिर्फ एक ते आके खलो गया, जे ये बदलेगा असी बदल जाएंगे। ਇਹਦਾ मतलब किड्डा वड्डा आगू है जी। वो पता उन्होंने बदलना नहीं। उत्थे फिर कहते ने क्या पातशाह बच्चियों घरी जाओ, महाराज ये है कविता उन्होंने, क्या पातशाह बच्चियों घरी जाओ सिर दे के सत बचांगा मैं, हिंदू धर्म दे बुझ रहे दीवे अंदर तेल अपने लहू दा पांगा मैं, पाया देश दियां जड़ां विच लहू अपना, भारत वर्ष दा बाग तां फल रहा है, हिंदू मंदिरां दे दीवियां विच हुण भी लहू तेग बहादुर दा बन रहा है। सतगुरु गुरु तेग बहादुर साहब उन्होंने कहा जी बिल्कुल। एक मैं एक किते होर आप जी नूं बेनती कर दियांगा क्योंकि बहुत नफरत पैदा हो चुकी है, चार चवेरे से देखने। जिस भाई कृपा राम दत्त जी ने महाराज को फरियाद की, महाराज शहीद हो गए, उन्हें फिर महाराज तो अमृत छकिया गुरु गोबिंद सिंह तो बाद विच, अमृत छक के पूरा सिंह सज के, फिर उसका नाम सी भाई कृपा सिंह जी दत्त, वो फिर चमकौर की गढ़ी च महाराज के सामने जूझ के शहीद होया है। शायद आपको इस हिस्टरी का पता हो। ये भाई कृपा राम जी फिर अमृत छक लिया। तो मैं तुहानू भी बेनती करांगा, मैं इस स्टेज पर आया तो तुसी बड़ी भावना रखते, मेरा सुशील वीर मैनू बुलांदा है, पर मेरी एक बेनती है, ये आ जिहड़ी चीज़ है ये कल्ली सिखां दी है, मनुखां दी है, ये कला पंजाब वालियां दी नहीं। गोरा होवे काला होवे हिंदू होवे मुसलमान होवे, जिहड़ी रब ने दात दित्ती है इनू ना छेड़ो तो इहदे विचों दाड़ा निकलदा है। ये तो बाकी मैं सिख की गल बाद च करांगे, तो मनुख की पहचान है। जिन्ने भी तुसीं देखदे हो ऋषि मुनि होए ने, जटा जुट होया ना। टैगोर ने तो इत्थे तक लिखिया सी, उन्हें पूछा जिद्दां तुहानू ज्ञान होया की कीता, सतबीर सिंह लिखते हैं, उन्हें कहा मैं उस दिन शिप समुंदर च, कहता जिस दिन मैनू अंदर दी चिनिक मिली सब तो पहला मैं शेव करने वाला डब्बा समुंदर भी सटिया सी, क्योंकि एक ज्ञान की निशानी है। मेरी फिर अर्ज है कि महाराज जी ने कहा असीं जावांगे। प्यारे गुरु तेग बहादुर साहब तुरे 5 सिख नाल तुरदे, भाई मती दास, भाई सती दास, भाई दयाला जी, वैसे ज्यादा गिनती, भाई गुरदित्ता जी, एक बाबा गुरदित्ता जी होए ने, ये भाई गुरदित्ता बाबा बुढ़ा जी के अंश वंश चों सन, जिन्हां दे पुत्र राम कोयर जी अगे होया। उस तो इलावा भाई उदय जी, इन्हां सारा जिक्र हुंदा है। फिर गुरु तेग बहादुर सच्चे पातशाह आनंदपुर साहिब तो संगतां विद्या करन आउंदियां। मैं सिर्फ इतिहास लै लिया जी, क्योंकि महाराज दा शहीदी दिहाड़ा है, मैं साखी करन बह गया। उत्थों महाराज फिर चलदे आ जी, बख्शां वरतांदे जांदे आ। इत्थे फिर महाराज पटियाले रुकदे आ, सैफाबाद जिथे आज बहादुरगढ़ है ना, ये बहादुरगढ़ नाम ही साहिबदीन ने गुरु तेग बहादुर साहब दे एक हुक्मनामा है। महाराज शायद कटक की संगत नूं लिखदे आ कि चंगे बर्तन भेजने असीं साहिबदीन नूं देने ने, गुरु तेग बहादुर साहब दे हुक्मनामे ने। आपनूं पता होवे गुरु तेग बहादुर साहब की शहादत तो बाद ये मुसलमान 40 दिन काले बस्तर पा के सोग विच रिहा सी। आ जिहड़ा बहादुरगढ़ स्थान है महाराज का, महाराज गुरु तेग बहादुर साहब पकड़े जाते हैं जी। कि मैनूं पता है इतिहास कोई मलकपुर तो जिहड़ा रोपड़ नेड़े मलकपुर है इत्थों, पर जो साडी रवायत है मेरा ख्याल है सानूं वो मन लेनी चाहिए है। आगरे तो गुरु तेग बहादुर साहब गिरफ्तार किए जाते हैं, चांदनी चौंक च लिआंदे जांदे आ। कोतवाली जिथे अज लंगर चलता है ना जी, ये कोतवाली शायद तुहानूं हिस्टरी च पता होना है, ये सरदार संतोख सिंह उन्होंने लैके दिती सी। भुलिए ना जिस बंदे ने, मैं कहना वह धड़ा की सी, मैं इधर नहीं पैना,
जिस बंदे ने गुरु घर की सेवा धड़े तो उपर उठ के की उन्होंने शाबाश देनी चाहिए। इत्थे फिर महाराज जी को कैद किया गया। इत्थे भाई बाबा गुरदित्ता भाई गुरदित्ता जी ने कहा महाराज मैं सब कुछ नहीं देख सकता। उन्होंने वखरा चलाना किया। इत्थे 3 सिख कैद विच भाई मती दास भाई सती दास ते भाई दयाला जी। साडा इतिहास कहता चिट्ठी लिखण का जिक्र किया जाता श्लोकां दा, है ना, संप्रदाय विद्वान ही मानते आ जी। पर मैं ये फैसला नहीं करांगा भी, पर गुरु तेग बहादुर साहब के श्लोक ने साडे कोल बाणी रूप ने। इत्थे महाराज जी नूं तसीहे दिते गए। तसीहे किहो जिहे सन? पिंजरा सी, ना खलो सकते सी, ना बह सकते सी, ना उड़ सकते सी। उहदे अंदर तिखे सूवे लगे हुए सन। पर मैं थोड़ी जी एक बेनती तुहानूं बाणी च जरूर करनी है। शहादत तो पहला गुरु तेग बहादुर साहब जी की बाणी गुरु ग्रंथ साहब के 15 रागां विच 59 शब्द ने ते 57 श्लोक ने जिहड़े इश्क रखदे आ नित ने विधान दा। मेरी बेनती गुरु तेग बहादुर साहब के श्लोक 57 श्लोक जी विच दोहरे पा के, है ना, जपजी साहब इहदी व्याख्या पूरा गुरु ग्रंथ साहब करते हैं ते गुरु तेग बहादुर साहब के श्लोक पूरे गुरु ग्रंथ साहब का निचोड़ ने। जिस दिन सतगुरु का शहादत वाला दिन होना किवें मनावांगे आपां? इत्थे शब्द पढ़े जाणगे, असीं सीसगंज भी पढ़ने आ। मैं आपनूं बेनती करां 1 घंटा लगदा जी सिर्फ जे बोल के टेक के पढ़ो तो 1.25 घंटा लग जूगा। 59 शब्द ते 57 श्लोकां दा पाठ जरूर करियो। उस दिन गुरु तेग बहादुर साहब नाल आपां गल्लां करांगे। उंज 4 शब्द वैसे मैं अपने नेम च रखे ने जी। ये वैसे तो गल नहीं करनी चाहिए, आपो अपना नेम है जी। अपने नितनेम की कमाई नूं कैश क्यों करो? अपने बाबा जी की बड़ी कमाई जी, बाबा जी बड़ी माला, फिर बाबा जी ने फेरियां भला उन्हां दा होना है। उहदी दुकान ना नमैश ना लाइए बाबा जी की माला दी। वाहिगुरू जी जिन्ना कोई नेम करेगा। हुण कमाइयां दा जिक्र किया गया। जिन्ना नाम जपिया वंड छकिया देग चलाई तेग वाई देख के आंडिट किया। तिन्हां प्यारियां सचियारियां दी कमाई दा ध्यान धर के 57 श्लोक ते 59 शब्द। राग जैजावंती जो है महाराज जी का जैजावंती, उस दे 4 शब्द ने। गुरु तेग बहादुर साहब की ज्यादातर जी बाणी का वो हिंदी च है जी, ब्रज भाषा के कुछ शब्द ने। गुरु तेग बहादुर साहब जी की बाणी की खूबसूरती ये वे उन्होंने 59 शब्दों में पहलियां तुकां ही रहाऊ दियां तुकां। उंज असीं पाठ करने जिहड़े कई बार तुसीं पाठ करो शब्द के पहला पदा लंघन तो बाद रहाऊ दियां तुकां हुंदियां। गुरु तेग बहादुर सच्चे पातशाह के 59 शब्दों के हर शब्द दियां पहलियां तुकां ही रहाऊ दियां तुकां। महाराज गुरु तेग बहादुर साहब शुरू कित्थों करते? महाराज जी ने पहली बाणी पहला शब्द शुरू होंदा जी गौड़ी राग च। सिरी राग मां च महाराज का कोई शब्द नहीं, गौड़ी राग है। ध्यान नाल सुनियो। पहली तुक छड्डन ते है, इसलिए ना जी अखीर वाली पकड़न ते है। बाणी जो पढ़ो तो पहली है साधो मन का मान त्यागो। हाँ जी, अखीर वाला श्लोक है राम नाम उर में गयो। त्यागो ते गयो 2 चीज़ां ने। ध्यान नाल कदी पढ़ियो। पहली कहो भले पुरखो ते शब्द वरत्या साधो। ते मैं एक दिन बेनती की सी धन का हंकार पदवी का हंकार सच्ची मुची यह भी डोबदा है। जिन्हों अपने दैवी गुणों का हंकार आ जाए ना उन्होंने बदलना बड़ा बख्शे। गुरु साहब ने कहा भले पुरखो तुसी बाहरों बहुत चंगे हो पर जेडे मन च फुरने बनाई बैठे हो साडे तो वड्डा साधु कोई नहीं, छड्ड दिओ ओए। साधो मन का मान त्यागो काम क्रोध संगत दुर्जन की ताते एनस भागो। अखीर ते कहने मान नू त्याग दिओ ते पकड़ो कि राम नाम उर में गयो जाके सामने कोए जे सिमरत संकट मिटे दर्श तुहारो खोए। एक मैं होर आप बेनती करें, मैं थोड़ा जिहा बाणी ते अर्ज करनी चाहना। मैं इतिहास जान बुझ के रखा है जी। मेरा इन्ना क तजर्बा हुण हो गया है, होमे च नहीं। उंज ते चाहिए कथा शब्द च होवे। अज भी मैं बैठा भाटिया साहब मेरे नाल आए तो मैं किहड़ा सज्जन जी, मैं कहा जी भाई साहब जी कथा, मैं कहा भी सच्ची है वे
ਸਾਨੂੰ ਕੋਈ ਕਹਿੰਦਾ ਥੋੜਾ ਕਥਾ ਕਰੋ, ਅਸੀਂ ਆਪਣੀ ਮਰਜ਼ੀ ਨਾਲ ਕਰਨੇ। ਤੁਸੀਂ ਦੇਖੋ, ਇੱਕ ਟੀਚਰ ਤੁਸੀਂ ਸੈਮੀਨਾਰ ਤੇ ਬੰਦਾ ਬੁਲਾਇਆ ਹੋਵੇ ਤੇ ਉਹਨੂੰ ਯੂਨੀਵਰਸਿਟੀ ਵਾਲੇ ਕਹਿੰਦੇ ਨੇ ਵੀ ਇਸ ਵਿਸ਼ੇ ਤੇ ਪਰਚਾ ਪੜ੍ਹੇਗਾ। ਆਪਾਂ ਤਾਂ ਪਰਚੇ ਪੜ੍ਹਨੇ ਆਪਣੇ ਵਿਰੋਧੀਆਂ ਦੇ। ਮੇਰੀ ਬੇਨਤੀ ਹੈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਣ ਪ੍ਰੋਜੈਕਟਰ ਲਾਇਆ ਹੋਵੇ, ਘੰਟਾ ਕਥਾ ਹੋਵੇ, ਸ਼ਬਦ ਇੱਕੋ ਹੀ ਹੋਵੇ, ਜੇ 1 ਘੰਟੇ ਵਿੱਚ ਇੱਕ ਸ਼ਬਦ ਦੇ ਅਰਥ ਕਰਨ ਵਾਲਾ ਤੇ ਸੁਣਨ ਵਾਲੀ ਸੰਗਤ ਪੱਲੇ ਬੰਨ ਕੇ ਲੈ ਜਾਏ, ਸ਼ਬਦ ਚੇਤੇ ਹੋ ਗਿਆ ਨਾ, ਸਮਝੋ ਤੁਸੀਂ ਅੱਜ ਗੁਰੂ ਸੰਗਤ ਵਿੱਚੋਂ ਕੁਝ ਖੱਟ ਕੇ ਗਏ ਹੋ। ਸਾਡੀ ਸਮੱਸਿਆ ਜੀ ਅਸੀਂ, ਮੈਂ ਪਿਛਲੇ ਦਿਨ ਹੀ ਕਿਹਾ ਸੀ, 3 ਗੱਲਾਂ ਨੇ, ਸਿਧਾਂਤ, ਸੰਵਾਦ ਤੇ ਸਾਖੀ। ਸਿਧਾਂਤ ਨੂੰ ਸਮਝਣ ਲਈ ਸੰਵਾਦ ਕੀਤਾ ਜਾਂਦਾ ਹੈ, ਤੇ ਜਿਨ੍ਹਾਂ ਨੂੰ ਸੰਵਾਦ ਕਰਨਾ ਨਾ ਆਉਂਦਾ ਹੋਵੇ ਉਹਨਾਂ ਨੂੰ ਸਾਖੀ ਸੁਣਾਈ ਜਾਂਦੀ ਹੈ। ਵਿੱਚੋਂ ਇਤਿਹਾਸ ਸੁਣ ਲਓ। ਮੈਂ ਇੱਕ ਸ਼ਬਦ ਲੈਣਾ ਗੁਰੂ ਤੇਗ ਬਹਾਦਰ ਸਾਹਿਬ ਦਾ, ਮੈਂ ਜ਼ਿਆਦਾ ਨਹੀਂ। ਅਸੀਂ ਸਾਰੇ ਜਿਨ੍ਹਾਂ ਨਹੀਂ ਵੀ ਪੜ੍ਹੀ ਉਹ ਵੀ ਕਹਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਣੀ ਕਾ ਵਿਰਾਗ में कीर्तन हुआ। ਨਹੀਂ ਪਿਆਰਿਓ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਨਾ 3 ਲਫ਼ਜ਼ ਮੈਂ ਵਰਤਣਾ ਹੁੰਦਾ, ਸ਼ਾਇਦ ਇੱਥੇ ਤੁਹਾਡੇ ਕਥਾ ਕਰਕੇ ਗਿਆ ਕਿ ਨਹੀਂ। ਇਹਦੀ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਤਿਆਗ ਹੈ, ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਬੈਰਾਗ ਹੈ, ਤੀਸਰਾ ਗੁਰੂ ਤੇਗ ਬਹਾਦਰ ਦੀ ਬਾਣੀ 'ਚ ਅਨੁਰਾਗ ਹੈ। 3 ਲਫ਼ਜ਼ ਫਿਰ ਧਿਆਨ ਨਾਲ ਸੁਣਿਓ, ਤਿਆਗ, ਬੈਰਾਗ ਔਰ ਅਨੁਰਾਗ। ਅਨੁਰਾਗ ਦਾ ਲਫ਼ਜ਼ੀ ਅਰਥ ਹੁੰਦਾ ਪ੍ਰੇਮ। ਜੇ ਸਿਰਫ ਤੇ ਤਿਆਗ ਤੇ ਬੈਰਾਗ ਹੋਵੇਗਾ ਤੇ ਭਾਰਤ ਵਿੱਚ ਪਹਿਲਾਂ ਬੜੀਆਂ ਸੰਪਰਦਾਵਾਂ ਸਨ ਜਿਹੜੀਆਂ ਤਿਆਗੀ ਤੇ ਬੈਰਾਗੀ ਸਨ, ਪਰ ਗੁਰੂ ਤੇਗ ਬਹਾਦਰ ਨੇ, ਤੇਗ ਬਹਾਦਰ ਸਤਿਗੁਰੂ ਸੱਚੇ ਪਿਤਾ ਨੇ ਤਿਆਗ ਤੇ ਬੈਰਾਗ ਤੋਂ ਬਾਅਦ ਅਨੁਰਾਗ ਪੈਦਾ ਕੀਤਾ ਹੈ। ਥੋੜਾ ਜਿਹਾ ਧਿਆਨ ਨਾਲ ਸੁਣੋ। ਹੁਣ ਪਹਿਲਾਂ ਮੈਂ ਸ਼ਬਦ ਵਰਤਿਆ ਤਿਆਗ ਕਾਹਦਾ, ਘਰ ਦਾ ਥੋੜਾ, ਬੱਚਿਆਂ ਦਾ ਨਹੀਂ। ਉਹ ਪਿਆਰਿਓ ਸੱਚ ਇਹ ਵੇ, ਗੁਰੂ ਤੇਗ ਬਹਾਦਰ ਸਾਹਿਬ ਤਾਂ ਕਹਿੰਦੇ ਹੋ ਲੋਕੋ, ਜਿਸ ਪਰਮਾਤਮਾ ਨੂੰ ਪਾਣ ਲਈ ਤੁਸੀਂ ਸੰਸਾਰ ਨੂੰ ਤਿਆਗ ਰਹੇ ਹੋ, ਉਸ ਰੱਬ ਨੇ ਤੇ ਸੰਸਾਰ ਨੂੰ ਤਿਆਗਿਆ ਨਹੀਂ, ਤੁਸੀਂ ਕਿਸ ਰੱਬ ਨੂੰ ਲੱਭਣ ਤੁਰ ਪਏ। ਫਿਰ ਸੁਣੋ, ਆਪਾਂ ਰੱਬ ਨੂੰ ਪਾਣ ਚੱਲੇ ਜੀ ਕਾਹਦੇ ਲਈ? ਸੰਸਾਰ ਛੱਡਣ ਲਈ। ਤੇ ਰੱਬ ਨੇ ਸੰਸਾਰ ਛੱਡ ਦਿੱਤਾ। ਜਿਹਨੂੰ ਲੱਭਣ ਚੱਲਿਆ, ਮਹਾਰਾਜ ਕਹਿੰਦੇ ਵੇ ਸੰਸਾਰ ਤੁਮ ਦੇਖਦੇ ਇਹ ਖਰਕਾ ਰੂਪ ਹੈ, ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਰੱਬ ਮਾਹੇ। ਆਪਾਂ ਕਹਿੰਦੇ ਦੁਨੀਆ ਛੱਡ ਕੇ ਰੱਬ ਪਾਣ ਚੱਲੇ। ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਕਿਹਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, पोप मद जो बास बस्त है मुकर माहे, जैसे शाही तैसे ही हर बसे निरंतर घाटी खोजो। भाई मैं बेनती करा, सब तो पहला त्याग की। हुण अज भी बाहर ते जोर जी, मैं आ चीज छड़ दी, ओ गुरमुखो अंदर दे फुरने त्यागने मरण दे बराबर है। दुनिया मैं रोटी छड़ दी जी, मैं आ छड़ दिता जी, नहीं इनू धर्म ना कादा जोड़ने पे। फिर बेनती है, मैं आ खाना छड़ दिता जी, वाहिगुरू जी चेते रखियो जदों बंदा इबादत कर लग पैंदा, सिमरन विचों जिहड़ा जीवन निकलदा सही अर्थां विच ओह ही जीवन है। सिमरन दसदा तू बोलना किवें, सिमरन दसदा तू बहना किवें है, सिमरन दसदा तेरी खुराक की है। जिस बंदे दी सुर तो जी खिंडी पई उहदे वास्ते जो मर्जी वो करी जा। सब तो पहला फुरने त्यागने बहुत मुश्किल ने प्यारिओ। अखां देखदियां ने, ਕੰਨ ਸੁਣਦੇ ਨੇ, ਜੀਭ ਬੋਲਦੀ ਏ। ਮਹਾਰਾਜ ਕਹਿੰਦੇ ਨੇ ਭਲੇ ਪੁਰਖੋ ਜਿਹੜੇ ਤੁਹਾਡੇ ਮਨ 'ਚ ਹਉਮੈ ਦਾ ਫੁਰਨਾ ਵੀ ਉੱਠਦਾ ਨਾ, ਪਾਠ ਕਰਕੇ ਫੁਰਨਾ ਉੱਠਦਾ, ਮੈਂ ਤਾਂ ਇੰਨੇ ਵਜੇ ਉੱਠ ਕੇ ਬੰਦਗੀ ਕਰਨਾ, ਛੱਡ ਦੇ ਇਹਨੂੰ, ਨਹੀਂ ਤੇ ਇਹਨੇ ਤੇਰੀ ਕਮਾਈ ਨੂੰ ਖਿੱਚ ਕੇ ਲੈ ਜਾਣਾ। ਫੁਰਨਾ ਤਿਆਗਣਾ, ਮੈਂ ਫਿਰ ਫੁਰਨਾ ਸਮਝਦੇ ਆ ਨਾ ਜੀ, ਥੌਟ ਕਹਿ ਲਓ, ਖਿਆਲ ਕਹਿ ਲਓ, ਬੜੀ ਔਖੀ ਜੀ ਇਹ ਗੱਲ। ਇੱਥੋਂ ਤੱਕ ਤੁਸੀਂ ਦੇਖਿਓ ਜਿਹੜੇ ਗੁਰਮੁਖ ਅਭਿਆਸ ਕਰਦੇ ਆ, ਕਿਸੇ ਸਿਮਰਨ ਚ ਬੈਠਿਆਂ ਰੋਜ਼ ਸੰਗਤ ਚ ਆਓ, ਇੱਕ ਦਿਨ ਇਹ ਹੀ ਫੁਰਨਾ ਬਣਾ ਲਓ ਨਾ, ਆਪਾਂ ਤਾਂ ਰੋਜ਼ ਨੇਮ ਕਰਨੇ ਆ ਜੀ, ਅਗਲੇ ਦਿਨ ਉੱਠ ਕੇ ਦਿਖਾਇਓ, ਕਿਉਂਕਿ ਉਸ ਦਿਨ ਮੈਂ ਆ ਗਈ। ਗੁਰੂ ਸਾਹਿਬ ਨੇ ਕਿਹਾ ਮੇਰੀ ਪਹਿਲੀ ਗੱਲ ਇਹ ਵੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਸੁਭਾਗੁਰ। ਗੁਰੂ ਜੀ ਨੇ ਕਿਹਾ ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਨਾ। ਫਿਰ ਅਰਜ ਪਹਿਲੀ ਗੱਲ ਤਿਆਗ। ਹੁਣ ਅਗਲੀ ਗੱਲ ਬੈਰਾਗ। ਉਂਝ ਵੈਸੇ ਬੈਰਾਗ ਦੀਆਂ ਕਈ ਕਿਸਮਾਂ ਨੇ ਜੀ। ਜਦੋਂ ਬੰਦੇ ਵਿਦਾਂਤ ਜਿਹੜਾ ਬੈਰਾਗ ਦੇ ਬੜੇ ਅਰਥ ਕਰਦਾ, ਮੈਂ ਸਿੱਧੇ ਜਿਹੇ ਅਰਥ ਕਰਨਾ। ਅਕਸਰ ਬੰਦੇ ਨੂੰ ਬੈਰਾਗ ਹੁੰਦਾ ਹੈ ਜਦੋਂ ਆਪਣਾ ਨਜ਼ਦੀਕੀ ਕੋਈ ਧੋਖਾ ਦੇ ਜਾਂਦਾ ਨਾ, ਸੱਟ ਮਾਰਦਾ ਇਹਦਾ ਨਜ਼ਦੀਕੀ। ਅਕਸਰ ਪੁਰਾਣੇ ਬੰਦੇ ਬੈਰਾਗੀ ਹੁੰਦੇ। ਭਰਥਰੀ ਇਸ ਕਰਕੇ ਹੋਇਆ ਸੀ, ਸ਼ਾਇਦ ਤੁਹਾਨੂੰ ਪਤਾ ਹੋਣਾ,
ਭਰਤਰੀ ਦਾ ਬੈਰਾਗ ਸ਼ਤਕ ਬਹੁਤ ਮਸ਼ਹੂਰ ਹੈ। ਉਹਦੇ ਜਿੰਨੇ ਪਾਸ਼ ਟੀਕੇ ਉਹਦੇ ਹੋਏ, ਕਿਸੇ ਦੇ ਨਹੀਂ ਹੋਏ। ਵਿਕਰਮਾਦਿੱਤ ਦਾ ਭਰਾ ਜੀ ਭਰਤਰੀ, ਮੈਂ ਥੋੜੀ ਤੁਹਾਨੂੰ ਬੇਨਤੀ ਕਰ ਲਗਾ, ਠੋਕਰ ਵੀ ਬੰਦੇ ਨੂੰ ਬੈਰਾਗੀ ਬਣਾ ਦਿੰਦੀ। ਕਿਵੇਂ? ਮੈਂ ਥੋੜਾ ਲੈਣ ਲੱਗਾ ਟਾਈਮ ਤੁਹਾਡਾ। ਭਰਤਰੀ, ਇਹਦੇ ਰਾਜ ਤੇ ਕੋਈ ਪੰਡਤ ਸੋਮ, ਸ਼ਾਇਦ ਸੋਮ ਹੀ ਸੀ ਨਾ ਉਹਦਾ, ਉਹਨੇ ਇਬਾਦਤ ਕੀਤੀ, ਉਹਨੂੰ ਅਮਰ ਫਲ ਮਿਲਿਆ। ਇਹ ਸਾਡੀਆਂ ਲਿਖਤਾਂ ਨਹੀਂ, ਭਾਈ ਵੀਰ ਸਿੰਘ ਨੇ ਕੀਤਾ, ਕਈ ਵਿਦਵਾਨਾਂ ਨੇ ਕੀਤਾ। ਉਹਨੂੰ ਅਮਰ ਫਲ ਮਿਲਿਆ ਦੇਵਤੇ ਦੀ ਪੂਜਾ ਕਰਕੇ। ਉਹਦਾ ਮਤਲਬ ਸੀ ਜਿਹੜਾ ਖਾਏਗਾ ਸਦਾ ਜਵਾਨ ਰਹੇਗਾ। ਪੰਡਤ ਜੀ ਘਰ ਲੈ ਗਏ, ਸੋਮ ਪੰਡਤ। ਉਹਦੀ ਘਰ ਵਾਲੀ ਨੇ ਕਿਹਾ ਮੈਂ ਤੈਨੂੰ ਨਹੀਂ ਖਾਣ ਦੇਣਾ, ਜੇ ਤੂੰ ਖਾ ਲਿਆ ਤੂੰ ਜਵਾਨ ਰਹਿਣਾ, ਮੈਂ ਬੁੱਢੀ ਹੋ ਜਾਣਾ, ਤੂੰ ਖੱਬੇ ਸੱਜੇ ਵੇਖੇਗਾ। ਉਹਨੇ ਕਿਹਾ ਕੰਮ ਕਰੋ, ਘਰ ਦਾ ਕਲੇਸ਼ ਮੁਕਾਈ ਆਪਾਂ ਭਰਤਰੀ ਨੂੰ ਦੇ ਦਈਏ। ਉਹ ਫਲ ਲੈ ਕੇ ਭਰਤਰੀ ਕੋਲ ਚਲਾ ਗਿਆ। ਭਰਤਰੀ ਨੇ ਕਿਹਾ ਵੀ ਚਲੋ ਤੈਨੂੰ ਜਿੰਨੇ ਪੈਸੇ ਚਾਹੀਦੇ ਨੇ। ਉਹਨਾਂ ਕਿਹਾ ਵੀ ਰਾਜਾ ਬੜਾ ਚੰਗਾ ਹੈ, ਉਹ ਖਾਏ ਤੰਦਰੁਸਤ ਰਹੇ, ਜਵਾਨ ਰਹੇ। ਉਹਨੇ ਫਲ ਲੈ ਲਿਆ। ਉਹਦੇ ਮਨ ਚ ਆਇਆ ਮੈਂ ਕਿਉਂ ਖਾਣਾ। ਉਹਦੀ ਰਾਣੀ ਸੀ ਪਿੰਗਲਾ। ਤੇ ਜੇ ਤੁਹਾਨੂੰ ਕਿਤੇ ਲੱਭੇ ਨਾ ਬੈਰਾਗ ਸ਼ਬਦ ਤੁਸੀਂ ਪੜ੍ਹਿਓ, ਮੈਂ ਉਹੀ ਬੇਨਤੀ ਕਰ ਲੱਗਾ। ਉਹਨੇ ਕਿਹਾ ਮੈਂ ਆਪਣੀ ਰਾਣੀ ਨੂੰ ਦਿਆਂ, ਸ਼ਾਇਦ ਨਾ ਇਹੀ ਸੀ, ਮੈਂ ਬੜਾ ਸਮਾਂ ਪਹਿਲਾਂ ਪੜ੍ਹਿਆ ਸੀ। ਉਹਨੇ ਕਿਹਾ ਜੀ ਆ ਤੂੰ ਖਾ ਲਾ। ਉਹਦੀ ਇਹ ਸੀ ਵੀ ਵਾਸ਼ਨਾ ਚ ਮਾਰਿਆ ਸੀ। ਉਹ ਰਾਣੀ ਜਿਹੜੀ ਸੀ ਉਹ ਨਕੰਮੀ ਇੰਨੀ ਸੀ, ਜੀਵਨ ਉਹਦਾ ਗਿਰਿਆ ਹੋਇਆ ਸੀ। ਉਹ ਕੋਤਵਾਲ ਕੇ ਹਥਵਾਨ ਦੇ ਨਾਲ ਉਹਦਾ ਜੀਵਨ ਚੰਗਾ ਨਹੀਂ ਸੀ। ਉਹਨੇ ਕਿਹਾ ਮੈਂ ਫਲ ਕਿਉਂ ਖਾਣਾ, ਉਹਨੂੰ ਜਾ ਕੇ ਦਿਆਂ। ਉਹ ਫਲ ਕਿੱਥੋਂ ਤੁਰਿਆ? ਇੱਕ ਦੂਜੇ ਨੂੰ ਧੋਖਾ ਦੇਈ ਜਾਂਦੇ ਆ। ਉਹਨੇ ਉਹ ਫਲ ਚੁੱਕਿਆ, ਉਹਨੂੰ ਦੇ ਆਈ। ਤੇ ਉਹਨੇ ਕੀਤਾ, ਉਹ ਕਹਿੰਦਾ ਮੈਂ ਫਲ ਕੀ ਖਾਣਾ। ਉਹ ਵੇਸ਼ਵਾ ਦੇ ਕੋਲ ਜਾਂਦਾ ਸੀ ਮੂੰਹ ਮਾਰਨ ਕਿਤੇ, ਉਹ ਕਹਿੰਦਾ ਉਹਨੂੰ ਦਿਆਂਗਾ। ਉਹਨੇ ਫਲ ਵੇਸ਼ਵਾ ਨੂੰ ਦੇ ਦਿੱਤਾ। ਰਾਜਾ ਵੀ ਵੇਸ਼ਵਾ ਕੋਲ ਜਾਂਦਾ ਸੀ। ਤੇ ਉਹਦੇ ਮਨ ਚ ਫਿਰ ਆ ਗਿਆ ਮਨਾ, ਤੂੰ ਫਲ ਖਾ ਕੇ ਸਾਰੀ ਜ਼ਿੰਦਗੀ ਗੰਦਗੀ ਭੋਗਣੀ, ਏਦੂ ਚੰਗਾ ਫਲ ਰਾਜੇ ਨੂੰ ਦੇ ਦੇ। ਉਹ ਘੁੰਮ ਘਮਾ ਕੇ ਜਦੋਂ ਭਰਤਰੀ ਕੋਲ ਫਲ ਆਇਆ, ਉਹਨੇ ਕਿਹਾ ਤੁਹਾਨੂੰ ਕਿਹਨੇ ਦਿੱਤਾ? ਉਹ ਰਾਜਾ ਸੀ। ਉਸ ਵਕਤ ਫਿਰ ਸਾਰੀਆਂ ਪਰਤਾਂ ਖੁੱਲੀਆਂ। ਉਹਨੇ ਫਿਰ ਉਸੇ ਵਕਤ ਰਾਜ ਛੱਡ ਕੇ ਕਿਹਾ ਛੱਡ ਓਏ ਮਨਾ, ਇਹ ਤੇ ਸਾਰੀ ਦੁਨੀਆ ਇੱਕ ਦੂਜੇ ਨੂੰ ਧੋਖਾ ਵੀ ਦਿੰਦੀ ਹੈ। ਉਹਨੇ ਫਿਰ 100 ਸ਼ਲੋਕ ਲਿਖੇ ਜਿਹਨੂੰ ਬੈਰਾਗ ਸ਼ਤਕ ਕਹਿੰਦੇ ਆ। ਇਹ ਪੁਰਾਣੇ ਗ੍ਰੰਥ ਸਨ ਜੀ। ਸ਼ਤਕ ਮੀਨਸ 100। ਬੈਰਾਗ ਸ਼ਤਕ ਦੇ 100 ਦੇ ਸ਼ਲੋਕ ਨੇ, ਕਮਾਲ ਦੇ ਪੜਨ ਵਾਲੇ ਨੇ ਜੀ। ਉਹ ਕਈ ਵਾਰੀ ਤਾਂ ਬੜੀ ਹੇਠ ਕਰਦਾ ਇਸਤਰੀ ਜਾਤੀ ਤੋਂ, ਮੈਂ ਉਹ ਸ਼ਬਦ ਨਹੀਂ ਵਰਤਨੇ ਕਿਉਂਕਿ ਉਹਨੂੰ ਸੱਟ ਉੱਥੋਂ ਵੱਜੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਤਾਂ ਬੈਰਾਗ ਉਦੋਂ ਪੈਦਾ ਹੁੰਦਾ ਜਦੋਂ ਨਜ਼ਦੀਕ ਦਾ ਸੱਟ ਮਾਰਦਾ, ਦੂਜਾ ਬੈਰਾਗ ਪੈਦਾ ਉਦੋਂ ਹੁੰਦਾ ਜਦੋਂ ਬੰਦੇ ਨੂੰ ਘਾਟਾ ਪੈਂਦਾ। ਕਈ ਦੇਖੇ ਕੰਮ ਜਾਂਦਾ ਹੋਵੇ ਕੋਈ ਸਾਥ ਨਾ ਦੇ। ਤੀਜੀ ਬੈਰਾਗ ਜਦੋਂ ਬਿਮਾਰੀ ਲੱਗ ਜਾਏ, ਕਈ ਵਾਰੀ ਉਦੋਂ ਬੈਰਾਗੀ ਹੋ ਜਾਂਦੇ। ਚੌਥਾ ਬੈਰਾਗ ਜਦੋਂ ਪਰਿਵਾਰ ਵਿੱਚੋਂ ਅੱਤ ਦਾ ਨਜ਼ਦੀਕੀ ਮੌਤ ਹੁੰਦੀ, ਉਦੋਂ ਬੰਦਾ ਕਹਿੰਦਾ ਦੁਨੀਆ ਝੂਠੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਨੇ ਐਸਾ ਨਹੀਂ ਕਿਹਾ। ਉਹਨਾਂ ਨੇ ਬੈਰਾਗ ਵਿੱਚ ਅਨੁਰਾਗ ਪੈਦਾ ਕੀਤਾ। ਇੱਕ ਸ਼ਬਦ ਪੜੋ, ਜਗਤ ਮੈਂ ਝੂਠੀ ਦੇਖੀ। ਬੈਰਾਗ ਹੀ ਹੈ ਨਾ ਜੀ। ਮੈਂ ਹੁਣ ਭਰਤਰੀ ਦੀ ਗੱਲ ਸੁਣਾਈ, ਝੂਠਾ ਹੀ। जगत में झूठी देखी प्रीत अपने सुख से ही सब लागे, क्या दारा क्या मीत। की स्त्री ते दारा मीन्स स्त्री, मीत दर मित्र। क्या दारा क्या मीत, मेरो मेरो सब है कहता है हित स्यों बांध्यो चीत। ये लालच करके मेरा मेरा कहंदे आ, मेरा भरा, मेरी धी, मेरा पुत्र, मेरा चाचा, मेरा भांजा। गुरु साहब कहंदे आ तेरे नहीं, ये जेड़ी तेरी जेब च पे ओदे ने। हित स्यों बांध्यो चीत, अंत काल संगी ने कोऊ। ਇਹ ਅਚਰਜ ਹੈ ਰੀਤ। ਇਹ ਬੈਰਾਗ ਹੋ ਗਿਆ ਨਾ। ਅੱਗੇ ਗੁਰੂ ਜੀ ਕਹਿੰਦੇ ਮਨ ਮੂਰਖ ਅਜਗੂ ਨੇ ਸਮਝਤ ਸਿੱਖਦਾ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਪ੍ਰਭ ਕੇ ਗੀਤ अनुराग है। फिर सुनो, प्रीतम जान लेहो मन माही, अपने सुख से ही जग फांदे को काहू को नाही। बैराग है जी, कोई किसी का नहीं। सुख में आन बहुत मिल बैठ रह त्यों जित के रह, रहत चौं दिस के रह। विपत परी सब ही संग छाड़त, को न आवत नेरे। घर की नार बहुत हित जास्यों, सदा रहत संग लागी। जाबी हंस तजिए काया, प्रेत प्रेत कर भागी। मैं अर्थ तां नहीं कर रहा, हिंदी है जी बड़ी सौखी। प्रेत प्रेत कर भागी, बंदा निराश हो जाता, सारी दुनिया झूठी। अगे बैराग तो बाद अनुराग है। ये बिद को व्यवहार बन्यो है, जास्यो निको लगायो पर उदास ना होवी। ਜਦੋਂ ਸਾਰੇ ਸਾਥ ਛੱਡ ਜਨ ਤੇ ਵੈਗੁਰੂ ਨਾਲ ਖਲੋਂਦਾ ਹੈ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਂ ਸੇ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ। ਮੇਰੀ ਬੇਨਤੀ, ਏਦੂ ਵੱਡੀ ਸਕਾਰਾਤਮਕ ਪੋਜ਼ਿਟਿਵ ਸੋਚ ਕਿਤੇ ਮਿਲ ਸਕਦੀ?
बल छुटक्यो बंधन परे कछु ना हो तू पाए, कहो नानक अब ओट कर गज जू हो सहाय। जिवें हाथी नूं बचा लिया तंदवे तो। अगला श्लोक है इन्नी पॉजिटिविटी, कहने लगे बल होवा बंधन छुटे। ये दो तुका सामने रखो। पहली ये बल छुटक्यो बंधन परे कछु ना हो तू पाए। अगली तुक है बल होवा, एडी वड्डी चढ़दी खला। गुरमुखो सच्ची जदों आ दो तुका मेरे मन च आउंदियां, मन डिगदा है जी, एवें कही जाओ। ये खिन खिन एदा सुभाव ही वे। महाराज कहें बल होवा बंधन छुटे सब किछ हो तू पाए। गुरमुखो दुनिया कहती है कछु ना हो तू पाए, गुरु तेग बहादुर कहते ना मेरे को आ सब किछ हो तू पाए। किथे महाराज नानक सब की तुमरा हाथ में तुम्हें होत सहाय। अगे फिर कहते ने नाम रहो साधु रहो। कमाल हो गई। गुरु तेग बहादुर साहब बारे कहा जाता है कि महाराज ने जो शहादत तो पहला ना कहते पिंजरे तो कढ़िया। चलो आओ फिर आप उत्थे आ जाने। महाराज जी ने गिरफ्तार कर लिया। हाँ सतगुरु पिंजरे च ने 10 नवंबर 1675 ਨੂੰ चांदनी चौक विच ढंडोरा पटवा दिता गया सी गुरु तेग बहादुर साहब के नाल दे सिख। क्योंकि फारसी स्रोतां ने तो बहुत कुछ गंदबंद लिखे, दुश्मन लिखदा ही हुंदा है जी। क्योंकि साडी प्रॉब्लम ये वे जेड़े बंदे अनमत दे साडी व्याख्या कर रहे ना, वो गुरु ग्रंथ साहब नहीं पढ़िया होना। जे शब्द पढ़े उनते पता लगे गुरु तेग बहादुर साहब की ने। वो तो सुनिया सुनाइया गल्लां कर रहे हैं। किरदा ते सतगुरां दी बाणी है ना। ढंडोरा पटवा दिता। ढंडोरे का समझना पुराना शब्द है जी, तुहानूं पता होना है। एक डोंडी पटवानी, ढंडोरा पटवाना। वो ढोल लैंदा हुंदा सुनो 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 कहंदा महल्ले वाले पिंड वाले इहनूं ढंडोरा पटवाना कहंदे सन। उन्हें कहा कल नूं चांदनी चौक विच गुरु तेग बहादुर साहब कित्थे, उन्हें कहना सी किड्डे लफ्ज भैड़े वरते होणगे। उन्होंने इस्लाम कबूल करवाया जाएगा, नहीं तो कतल किया जाएगा। प्यारिओ 10 दसंबर नूं 10 नवंबर नूं गुरु तेग बहादुर साहब का पिंजरा बाहर लिया गया कोतवाली तो। यह सारा थां खुला सी जी। भाई मती दास जी ने देखा। सारे पुराने स्रोता कहते हैं सिख सच्ची मुच्ची इन्ना बीरा च आ गया। उन्हें कहा महाराज मैं देख नहीं सकता, मैं सब कुछ कर सकना। पर गुरु तेग बहादुर साहब ने कहा शांत। गुरु तेग बहादुर साहब के सामने भाई मती दास जी को पहला लिया गया। उंज वैसे कुछ कहते हैं भाई दयाला जी को, पर मेरी बेनती जो सुनाने भाई मती दास जी को बाहर लिया। गुरु तेग बहादुर साहब पिंजरे सन। ये सब कुछ तां सी इन्हां सामने तसीहे दिओ। हो सकता है ये तसीहां नूं देख के डोल जाण। बड़ा मुश्किल हुंदा जी सहना। भाई मती दास जी नूं 3 गल्लां कहियां, करामात दिखाओ। 3 ही गल्लां सन जी। नहीं तो इस्लाम कबूलो, तीसरी गल मौत। भाई साहब जी ने महाराज गुरु तेग बहादुर साहब वल वेख्या ते महाराज मुस्करा पे। भाई साहब कहते आ ना इस्लाम कबूल करांगा, ना करामात दिखांगा, असी मौत नूं स्वीकार करने। वाहिगुरू जी ब्राह्मण सन, भाई मती दास भाई सती दास जी होनी। मैं इस करके क्या भी सिक्खी नूं पुरानियां जातां नाल ना जोड़ो। जिदन सिख ने गुरु का अमृत छक लिया उदन गुरु का सिख ही है बस केवल। उन्हें कहा जी करामात नहीं, मौत कबूल। उन्हें कहा मारना इस तरह नहीं। आ सामने गेलियां, गेलियां समझने ना, लकड़ दियां गेलियां शतीर, ये विच जकड़ के तेरे सिर ते आरा चलाया जाकर ऐसता ऐसता दंदे चलणगे। भाई मती दास कहन लगे मैनू स्वीकार है। उंज प्रिंसीपल गंगा सिंह उन्होंने हो सकता है वापरी हो, वैसे कवि अपने हिसाब न कह देंगे। वो तो कहते होंगे सन। महाराज जी ने कहा, भाई मती दास जी ने कहा तुसी कह रहे हो जे इस्लाम कबूल करोगे तो आ कुछ मिलेगा। मैं तुहानू अगे तां क्या, असली धर्म नहीं बदलदा हुंदा। जिहड़े बदल जाते हुंदे ने वो धर्म ही नहीं हुंदे, ते जिहड़े पैसे नाल बदलांदे हुंदे ने धड़ा वधांदे हुंदे ने, धर्म नहीं वाधा हुंदा। धर्मी तो एक खलो जाए दुनिया की ताकत नूं चुका नहीं सकती। सारी चांदनी चौक वेखना लोग तमाशा। उन्हें क्या काजी दोनों विचों एक दी चोण मौत जां जिंदगी।
जे इस्लाम करा कबूल, जिंदगी कह लगे हाँ, वो कह लगे जिंदगी च की मिलेगा, कह लगे डोले हूरां। यही है ना कमाल की गल, जिस दा त्याग कर ली गुरु तेग बहादुर कह रहे ने फुरना भी त्याग दे पराई औरत दा, ते कमले लोग ओदा झांसा दे रहे हैं। इन्होंने पता नहीं, वो तो फुरने भी छड़ के बैठा है। उन्हें कहा जी एक ये सुख दूजा आरा, कह लगे दोवां विचों एक दी चोण तां करा जे दोवां दा स्वाद वेख्या होवे। कह लगे गृहस्थ सी, गुरु के दीवान सन भाई मती दास, मैं सारे सुख वेखे पर आरा नहीं देखा। चला तां सही, कहंदे उत्थे सिर ते आरा रखिया, गुरु तेग बहादुर साहब देख रहे आ। उत्थे साडे एक विद्वान ने शब्द लिखे ने, 2 अंगुलां जद सीस विच आरे पाया चीर, मती दास जी बोलदे सुन काजी धर धीर, रोम रोम विच मैंडड़े प्रीतम वसिया आप। है शब्द वरदे, आरा मैनू भौंदा धर्म छड्डना पाप, टुकड़े इस शरीर दे करें जे लख करोड़, तां भी धर्म ना छोड़ सा तेरा दीन नहीं लोड़। आरा प्यारा लगत है कारा करो बनाए, सिर जांदा ते जान दे मेरा सिक्खी सिदक ना जाए। भाई साहब ने कहा कि मेरा सिक्खी सिदक ना जाए, वो समझ गए। अखीर ते उन्हें कहा कोई अंतम इच्छा। भाई साहब जी कहते इक्को है, एक तो मैं अपने मुर्शद का कलाम पढ़न लगा बाणी, मैं जप शुरू करना है, आरा इना ऐसता चलाई कि मैं जपजी पूरा कर ला, मेरी जीव ना कट्टी छेती। भाई साहब ये सलीयत जे उन्होंने कि आरा चलांदे कहा भी छेती ना कट्टी। दूजी मेरी इच्छा है जिधर तू मैनू खड़ा किया है ना, सतगुरां दा पिंजरा इधर कर दियो, मैं अंतला सवास भी अपने गुरु तेग बहादुर के दर्शन करके लेना। इस तरह नहीं होया जी, महाराज पिंजरे च खलोते सन, भाई मती दास दे सीस ते आरा चलिया। कहना सौखा है जी, कथा करनी सौखी है, ये कोई नाटक थोड़ा है। तुसी देखो सिर दे विचों रख के पूरी मत्थे दी हड्डी नूं 2 हिस्से, नक दी हड्डी नूं 2 हिस्से, चबाड़ा 2 हिस्से। इतिहास कहता है कि जलाद चलांदियां दे खत कंबन लग पे, काली कर लग पे। भाई साहब ने इशारा किया जप, पर महाराज ने क्या नहीं सिखा, जपजी नूं आरे दे दंदे भी नहीं खो सकते। इतिहास कहता है दोनों हिस्से खब्बे सज्जे डिग गए, ते दोनों टुकड़ियां विचों जपजी साहब की आवाज हुंदी सी, अर्धो उर्द 8400 डारा, परयो पृथ्वी पर हवै द्वै फारा, दोनों तन ते जपजी पढ़े हीरत सब कह, अचरज बड़ा। मैं एक इत्थे बेनती तुहानूं करनी, साखी मैं करना पिया। गुरमुखो जिन्हां ने कदी भी जपजी साहब का पाठ ना किया, भाई मसीह दास दे खून नूं अंदर समो के कल सवेर तो जपजी साहब पढ़ना शुरू कर दिओ, तां फायदा नहीं। तो फिर मैं कलाकार आया, तुसीं इकट्ठे होए हो सुन के चले जाओगे, मैं टीवी ते होना नहीं। सिੱਖੀ कलाकारी नहीं, सिੱਖੀ जीवन जाच है। मैं बेनती की ते जेड़े करते ने, किन्ने किन्ने पाठ करते हैं, गुरमुखो सुरत नाल करके देखो, जबान नूं बंद करके। अभ्यास करने वाले पता है, जेड़े गुरमुख तुहाडे बैठे ने, चौंकड़ा मार के जिथे करते आ, अखां खोल के भी शब्द चलता है जी, वह तो स्वाद ही बड़ा हुंदा है। नेत्र खोल के सुरत नाल जपजी चली जाए ना, सैर करदे आ, गड्डी च बैठे आ, सच्ची तुहानूं दसां खब्बे सज्जे अख जांदे आ, दूजा फुरने कोई नहीं उठदा। सुरत सतगुरु बख्शिश करना ऐसी। जदों भाई साहब भाई मती दास जी नूं शहीद किया, उस वक्त भाई दयाला जी ने कहा सिख नूं चीरिया तुहाडी हकूमत दीआं जड़ां चीरियां गईआं। भाई दयाला जी बिरध सन जी, बजुर्ग सन जी। ये भाई दयाला जी भाई मनी सिंह दे सके भरा ने, शायद आप नूं पता होना है। भाई मनी सिंह जी 12 भरा ने, एक अमरचंद इन्हां दे भरा बुखार नाल पूरे होए सन। ये भाई साहब दे समेत 11 भरा शहीद होए ने। भाई मनी सिंह दे 7 पुत्र शहीद होए आ, भाई मनी सिंह दे 10 पोतरे शहीद होए आ। जे सारा खानदान लै लो 80 तो करीब, मेरा ख्याल 60-70 के करीब एक घर दे शहीद होया। भाई बचित्र सिंह जिन्हें नागनी मार के हाथी नूं पाड़िया सिर, वो भाई मनी सिंह दा बेटा सी।
ਭਾਈ ਉਦਾ ਸਿੰਘ ਜਿਨੇ ਬਾਬਾ ਅਜੀਤ ਸਿੰਘ ਨੂੰ ਬਚਾਉਣ ਲਈ ਆਪ ਸ਼ਹੀਦ ਹੋਏ, ਭਾਈ ਮਨੀ ਸਿੰਘ ਦਾ ਬੇਟਾ ਸੀ। ਗੁਰਮੁਖੋ ਭਾਈ ਬਚਿੱਤਰ ਸਿੰਘ, ਭਾਈ ਉਦਾ ਸਿੰਘ, ਇਹ ਦੋਨੋਂ ਰਾਹ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ ਤੇ ਭਾਈ ਅਨਕ ਸਿੰਘ, ਤਿੰਨ ਪੁੱਤਰ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਚਮਕੌਰ ਦੀ ਗੜੀ ਸ਼ਹੀਦ ਹੋਏ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ। ਭਾਈ ਦਿਆਲਾ ਜੀ, ਉਹਨਾਂ ਲਈ ਦੇਗ ਉਬਾਲੀ ਗਈ। ਇਤਿਹਾਸ ਕਹਿੰਦਾ ਮਹਾਰਾਜ ਵੱਲ ਉਹਨਾਂ ਨੇ ਮੱਥਾ ਟੇਕਿਆ, ਉਹਨਾਂ ਦੇ ਸੰਖੇਪ ਅਰਦਾਸ ਕਰਕੇ ਕਿਹਾ, ਸੱਚੇ ਪਾਤਸ਼ਾਹ ਜੀ, ਜਹਾਂਗੀਰ ਦੀ ਦੇਗ ਸੀ, ਤੁਸੀਂ ਪੰਜਵੇਂ ਜਾਂਬੇ ਸੋ। ਅੱਜ ਜਹਾਂਗੀਰ ਦਾ ਪੋਤਾ ਆ ਗਿਆ ਹੈ, ਉਹਦੀ ਉਬਲਦੀ ਦੇਗ ਹੈ, ਤੁਸੀਂ ਗੁਰੂ ਅਰਜਨ ਦੇਵ ਦੇ ਪੋਤੇ ਆ ਗਏ ਹੋ, ਕਿਰਪਾ ਕਰਿਓ। ਗੁਰੂ ਅਰਜਨ ਦੇਵ ਦੇ ਪੋਤੇ ਨਾ ਗੁਰੂ ਤੇਗ ਬਹਾਦਰ ਸਾਹਿਬ। ਮਹਾਰਾਜ ਜਿਵੇਂ ਉਹਦੇ ਉਬਾਲੇ ਸਹਿ ਗਏ ਨਾ, ਮੇਰੀ ਕੋਈ ਸਮਰੱਥਾ ਨਹੀਂ ਸਿੱਖ ਚ ਵਰਤ ਕੇ ਇਹ ਵੀ ਉਬਾਲੇ ਸਹਿ ਜਾਇਆ। ਭਾਈ ਸਾਹਿਬ ਨੂੰ ਦੇਗ ਚ ਬਿਠਾ ਕੇ ਜੋ ਕਿਹਾ ਜਾਂਦਾ, ਉਹ ਫੋਟੋ ਵਾਲਾ ਤਾਂ ਉੱਤੇ ਚਿਹਰਾ ਦਿਖਾਉਂਦਾ ਹੈ ਨਾ, ਉਹ ਉੱਤੇ ਦਿਖਾਉਂਦਾ ਗਰਦਨ ਨਹੀਂ। ਭਾਈ ਸਾਹਿਬ ਜੀ ਕਿਹਾ ਜਾਂਦਾ ਹੈ, ਭਾਈ ਸਾਹਿਬ ਨੂੰ ਬਿਠਾ ਕੇ ਉੱਤੋਂ ਦੇਗ ਢੱਕ ਦਿੱਤੀ ਗਈ, ਘੜਾ ਰੱਖ ਕੇ ਢੱਕ ਦਿੱਤੀ, ਭਾਪ ਨਾ ਨਿਕਲੇ। ਥੱਲੇ ਅੱਗ ਬਾਲੀ ਗਈ, ਜਦੋਂ ਲਾਈ ਗਈ ਖੱਡੀਆਂ ਵੱਖਰੀਆਂ ਸਨ ਤੇ ਮਾਸ ਨਾਲ ਘੁਲਿਆ ਹੋਇਆ ਸੀ। ਉਸ ਤੋਂ ਬਾਅਦ ਤੀਜੇ ਭਾਈ ਸਤੀ ਦਾਸ, ਉਹ ਭਾਈ ਮਤੀ ਦਾਸ ਦੇ ਭਰਾ ਨੇ। ਇਹ ਚਾਰ ਭਰਾ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ ਤੇ ਭਾਈ ਸਖੀ ਦਾਸ। ਭਾਈ ਸਤੀ ਦਾਸ ਅੰਤਲੇ ਸਮੇਂ ਕਿਹਾ ਜਾਂਦਾ, ਜਿਹੜੇ ਮਹਾਰਾਜ ਨੇ ਬੋਲ ਕੇ ਨਾ ਉਹਨੂੰ ਫਾਰਸੀ ਚ, ਇਹ ਮਹਾਰਾਜ ਦੀ ਬਾਣੀ ਫਾਰਸੀ ਚ ਲਿਖਦੇ, ਬੜੇ ਵਿਦਵਾਨ ਸਨ। ਭਾਈ ਸਤੀ ਦਾਸ ਜੀ, ਉਹਨਾਂ ਨੂੰ ਰੂੰ ਚ ਲਪੇਟ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਜਿਉਂਦਿਆਂ ਨੂੰ ਲਾਂਬੂ ਲਾ ਦਿੱਤਾ ਗਿਆ। 10 ਨਵੰਬਰ ਨੂੰ 3 ਸਿੱਖ ਸ਼ਹੀਦ ਕਰ ਦਿੱਤੇ ਚਾਂਦਨੀ ਚੌਂਕ 'ਚ। ਤੇ ਮਹਾਰਾਜ ਦਾ ਜੋ ਪਿੰਜਰਾ ਲਿਜਾਣ ਲੱਗੇ ਨਾ ਅੰਦਰ ਨੂੰ, ਇਤਿਹਾਸ ਕਹਿੰਦਾ ਬਸ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਾ ਦਿਨ ਦੇਖਿਆ ਨਾ, ਚਿਰਦੇ ਵੇਖੇ, ਉਬਲਦੇ ਦੇਖੇ। ਮੈਂ ਕਹਿੰਦਾ ਸੱਚੇ ਪਾਤਸ਼ਾਹ ਕਿਹੜੇ ਲਫ਼ਜ਼ ਲਵਾਈਏ, ਤੇਰੇ ਜਿਗਰੇ ਦੀ ਕੀ ਵਿਆਖਿਆ ਕਰਾਂ। ਬਸ ਜਦੋਂ ਲਿਜਾਣ ਲੱਗੇ, ਇੱਕ ਵਾਰੀ ਸਿੱਖਾਂ ਦੇ ਸਰੀਰ ਵੱਲ ਵੇਖ ਕੇ 3 ਵਾਰੀ ਸ਼ਬਦ ਕਿਹਾ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਬੜੇ ਵੱਡੇ ਸ਼ਬਦ ਕਹੇ। 11 ਨਵੰਬਰ ਦਾ ਦਿਨ ਚੜ੍ਹਿਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਪਿੰਜਰਾ ਬਾਹਰ ਲਿਆਂਦਾ ਗਿਆ। ਅੱਜ ਉਸ ਭੀੜ 'ਚ ਇੱਕ ਮਰਜੀਵੜਾ ਹੈ, ਭਾਈ ਜੈਤਾ ਜੀ, ਜਿਨ੍ਹਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਭਾਈ ਸਾਹਿਬ ਦੀ ਆਪਣੀ ਬਾਣੀ ਹੈ ਜੀ, ਉਹਨਾਂ ਦੀ ਕਵਿਤਾ ਭਾਈ ਜੈਤਾ ਜੀ ਦੀ, ਸ਼ਾਇਦ ਕਿਤੇ ਪੜ੍ਹੀ ਹੋਵੇ, ਮੈਂ ਪੜ੍ਹੀ ਹੋਈ, ਐਡਿਟ ਕੀਤੀ ਡਾਕਟਰ ਗੁਰਮੁਖ ਸਿੰਘ ਉਹਨਾਂ ਨੇ। ਬੜੀ ਸੋਹਣੀ ਕਵਿਤਾ ਕਰਦੇ ਸਨ ਭਾਈ ਜੀਵਨ ਸਿੰਘ ਜੀ, ਬਾਅਦ ਵਿੱਚ ਜਿਹੜੇ ਬਣੇ। ਫਿਰ ਅਰਜ਼ ਕਰਾਂ, ਕਹਿਣਾ ਬੜਾ ਸੌਖਾ, ਆਪਣੇ ਸਾਥ ਛੱਡ ਜਾਂਦੇ ਆ ਜੀ। ਭਾਈ ਜੈਤਾ ਜੀ ਉਸ ਭੀੜ 'ਚ ਨੇ, ਇੱਕੋ ਮਨ 'ਚ ਆ ਰਿਹਾ ਹੈ, ਆਪਣੇ ਸੱਚੇ ਪਾਤਸ਼ਾਹ ਦਾ ਸੀਸ ਮੈਂ ਰੁੱਲ ਨਹੀਂ ਦੇਣਾ। ਛੋਟੀ ਜੀ ਗੱਲ ਨਹੀਂ, ਬੜੀ ਵੱਡੀ ਗੱਲ ਹੈ। ਮਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਹਰ ਲਿਆਂਦਾ। ਇਹ ਤਕਰੀਬਨ ਅੱਜ ਦੇ ਟਾਈਮ ਮੁਤਾਬਕ 11 ਵਜੇ ਜੀ। ਕਈਆਂ ਨੇ ਪੁਰਾਣੇ ਸਰੋਤਾਂ ਨੇ ਲਿਖਿਆ ਸੂਰੀ ਸ਼ਿਪ ਦੇ। ਬਾਹਰ ਲਿਆਂਦਾ, ਕਾਜੀ ਅਬਦੁਲ ਵਾਹਬ ਆਇਆ, ਦਰੋਗਾ ਅਬਦੁੱਲਾ ਆਇਆ, ਸਮਾਣੇ ਵਾਲਾ ਜਲਾਦ ਜਲਾਲੂਦੀਨ ਆਇਆ। ਮਹਾਰਾਜ ਜੀ ਨੂੰ ਕਾਜ਼ੀ ਅਬਦੁਲ ਵਾਹਬ ਅੱਗੇ ਵੱਧ ਕੇ ਕਹਿੰਦਾ, ਜੀ 3 ਗੱਲਾਂ ਜੀ, ਇਸਲਾਮ, ਕਰਾਮਾਤ ਤੇ ਮੌਤ। ਸਤਿਗੁਰੂ ਹੱਸ ਪਏ, ਕਹਿੰਦੇ ਮਾਰੇ ਖਿੜੇ ਚਿਹਰੇ। ਕਹਿਣ ਲੱਗੇ, ਕਾਜ਼ੀ ਤੈਨੂੰ ਵੈਸੇ ਸਵਾਲ ਨਹੀਂ ਸੀ ਕਰਨਾ ਚਾਹੀਦਾ। ਕਹਿੰਦਾ, ਜੀ ਕਿਉਂ? ਕਹਿਣ ਲੱਗੇ, ਕੱਲ ਸਾਰਾ ਦਿਨ ਮੌਤ ਦਾ ਤਾਂਡਵ ਨਾਚ ਹੋਇਆ ਚੌਂਕ ਵਿੱਚ, ਤੈਨੂੰ ਸਮਝ ਜਾਣਾ ਚਾਹੀਦਾ ਸੀ ਜਿਹੜੇ ਸਿੱਖ ਇੰਨੇ ਅਡੋਲ ਨੇ ਉਹ ਗੁਰੂ ਕੀ ਹੈ, ਤੂੰ ਫਿਰ ਸਵਾਲ ਦੁਹਰਾਈ ਜਾਂਦਾ। ਮਹਾਰਾਜ ਜੀ ਨੇ ਕਿਹਾ ਨਾ। ਉਹਨਾਂ ਕਿਹਾ ਮੌਤ। ਹਜ਼ੂਰ ਨੇ ਕਿਹਾ, ਤੂੰ ਮੌਤ ਬਾਰੇ ਕੀ ਡਰਾਨਾ? ਮੈਂ ਤਾਂ ਸਾਰੀ ਜ਼ਿੰਦਗੀ ਲੋਕਾਂ ਨੂੰ ਸ਼ਬਦ ਨਾਲ ਮੌਤ ਚੇਤੇ ਕਰਾਉਂਦਾ ਆਇਆ। ਮੈਂ ਤਾਂ ਸਾਰੀ ਜ਼ਿੰਦਗੀ ਦੱਸਿਆ, ਉਹ ਲੋਕੋ ਇੱਕ ਦਿਨ ਮਰ ਜਾਣਾ ਹੈ, ਇੱਕ ਦਿਨ ਸਰੀਰ ਖਤਮ ਹੋ ਜਾਣਾ ਹੈ, ਇੱਕ ਦਿਨ ਤਨ ਨੇ ਬਿਨਸ ਜਾਣਾ ਹੈ। ਇੱਥੇ ਵੱਡੇ ਵੱਡੇ ਚਲੇ ਗਏ। ਇੱਥੇ ਸਾਡੇ ਇੱਕ ਵਿਦਵਾਨ ਕਹਿੰਦੇ ਨੇ, ਕਾਜ਼ੀ ਨੇ ਕਿਹਾ, ਤੁਹਾਨੂੰ ਪਤਾ ਨਹੀਂ ਮੈਂ ਖਾਨਦਾਨੀ ਕਾਜ਼ੀ ਹਾਂ। ਅਬਦੁਲ ਵਾਹਬ ਨਾਂ ਸੀ ਇਹਦਾ। ਅਬਦੁੱਲਾ ਦਰੋਗਾ ਕਹਿੰਦਾ, ਮੈਂ ਖਾਨਦਾਨੀ ਦਰੋਗਾ, ਮੇਰਾ ਬਾਪ ਦਾਦਾ ਵੀ ਦਰੋਗਾ ਸੀ। ਜਲਾਲੂਦੀਨ ਕਹਿੰਦਾ, ਮੈਂ ਖਾਨਦਾਨੀ ਜਲਾਦ ਹਾਂ।
सतगुरां ने कहा सबब बड़ा सोहना है, मैं खानदानी शहीद हाँ, मेरा दादा शहीद होया, मैं शहीद होने लगा, पर तुहाडा जिहड़ा आ जलादपुणा आ काजीपुणा अज तो बाद मुक गया, पर याद रखो मेरे पोते भी अगों शहीद होने। उत्थे लिखते ने महाराज लिए शेर लिखे विद्वान ने, मेरे अजदाद से मिला है मुझको विरसा शहादत का, मेरी औलाद की जागीर है जामे शहादत की। महाराज गुरु तेग बहादुर साहब नूं पुछया गया जी तुहाडी अंतम इच्छा, सतगुरां ने कहा एक तां असां इशनान करना है, तुसीं जदों सीसगंज जांदे हो, मैं हर साल जाना जी, ते मैं तो इक्को गल कहना गुरु तेग बहादुर साहब जी इत्थे कोई सिख भी जाए इहनूं मर्यादा च ना लिओ भी साडी मर्यादा च कित्थे लिखिआ है, निजी जीवन कमाउण वास्ते भावना आप बनानी पैंदी। जदों भी सीसगंज जाओ एक जपजी साहिब दा पाठ जरूर टेके करके आया करो, क्योंकि उहदियां हवावां च गुरु तेग बहादुर साहब दे बोल ने। महाराज जी ने कहा एक तां मैं इशनान करना, वो थल्ले खूह है ना, तुसीं गए होवोगे उत्थे, फिर सतगुरां ने इशनान किया, मैं उत्थे बहिना कई बारी रात में जे संगत ना होवे। सिੱਖੀ ਤਾਂ सारी है ही रूहानीयत, ਅਸੀਂ व्याख्या करने सैलानियों की ਤਾਂ बाबा जी इत्थे तुर गया जी इत्थे तुर गए। भाई साहब कहने सिखो ये व्याख्या ना करिया जे कि बाबा जी सैलानी की तरह ने व्याख्या ये करिया जे जिथे बाबा पैर धरे पूजा आसन थापन सो, जिथे गुरु के चरण पै जन उत्थे रूहानीयत है। उत्थे सतगुरां ने इशनान किया, बस्तर पहरे, उन्हें कहा जी हुण इत्थे बोर्ड का रुख सी जी, जिहड़ा थल्ले असल थल्ले थां है ना, उत्थे बोर्ड का रुख सी, चबूतरा बनाया गया थड़ा, सतगुरु थड़े ते बिठा दिते गए। कहने दसो होर इच्छा, कह लगे मैं जपजी साहिब का पाठ करना। मैं सच्ची तुहानूं दसां जदों मैं इतिहास पढ़ना गुरु अर्जन देव शहीद होने तो पहला जपजी साहिब पढ़िया, बाबा बुढ़ा जी ने चोला छड्डण तो पहला जपजी साहिब पढ़िया, भाई गुरदास साहब जी चोला छड्डण तो पहला गोइंदवाल जपजी साहब बोल के पढ़िया, भाई मतीदास जी ने जपजी साहब पढ़िया, भाई गुरु तेग बहादुर साहब जी ने शहीद होने तो पहला जपजी साहब पढ़िया। गुरमुखो भाई तारू सिंह किन्ने दिन खोपड़ी तो बिना जिस शहीद होए पहला बोल के जपजी साहब पढ़िया। मैं तो जोर दे के बेनती कर चलिया जपजी साहब हर सिख पढ़िया करो। बाकी जो अमृत छकांगे जाप कहे सवैये ने चौपी आनंद साहब रहरा साहब सोला साहब तो घट्टो घट्ट आप पढ़निया ना जी। उत्थे फिर महाराज जी ने कहा जपजी साहब शुरू करना है। सतगुरु चबूतरे ते बैठ गए। जो गुरु तेग बहादुर साहब ने जपजी साहब पढ़िया होगा किहो जी फिजा होगी होगी, कैसी आवाज होगी। चार चफेरे आवाज गूंजन लगी जपदी। महाराज जपजी साहब पढ़ते जा रहे आ, खंडा ते पहुंच गए, धर्म खंड, ज्ञान खंड, सरम खंड, कर्म खंड, सच खंड। 38वीं पौड़ी गूंज उठी, सलोक पूरा ब्रह्मांड गूंज उठिया। महाराज जी ने केती छुट्टी नाल कह के वाहगुरु अगे सीस झुकाया। जलालुद्दीन ने पूरे जोर नाल अपनी तलवार चलाई, धर्म की चादर उत्थे शहीद हो गई। धन गुरु तेग बहादुर साहब शहीद होए, झखड़ आया। प्यारिओ भाई जैता फिर सतगुरां दा सीस लपेट के तुरिया। ते मैं पिछले दिन ही बेनती की, वेखो साडी किड्डी किहो जी साडी बिरती है। गुरु तेग बहादुर साहब के 2 संस्कार होए आ, पता है ना आप जी। एक रकाबगंज होया, एक आनंदपुर साहब होया। आनंदपुर साहब जिदन सीस आउंदा पिछले साल, पता नहीं मेरे मन च सीसगंज आया, मैं मना किड्डी वड्डी गल होए। एक शरीर ते संस्कार 2। जिस दिन गुरु तेग बहादुर साहब का सीस भाई साहब भाई जैता जी भाई जीवन सिंह जिहड़े बाद च बने आनंदपुर साहब लैके गए, उस दिन मैनूं दस रहे सन कमेटी वाले, कहने 15 बंदियां तो बाद बंदे नहीं होंदे। एडी वड्डी गल आपां कदी जाने जी उत्थे, ते आप नूं शायद पता होना। मैं अगे बेनती करना भाई साहब भाई जैता जी उन्हां दी इक्को सी कि मैं गुरु तेग बहादुर साहब का सीस नहीं रुलन देना। अज आपां जातां पातां च पए होए ना, उस रंगरेटड़े ने महाराज का सीस सीने नाल ला लिया। कईयां ने कहा टोकरी च खारी च किया, पर मैं कहना इस मसले च नहीं पैना चाहिए। देखो सीस सीने नाल ला के रात नूं तुरिया भाई उधर ठौर नाल। इत्थों तुरे जो मैं पढ़िया पहला पड़ा उन्हें बागपत किया।
ਸ਼ੇਖ ਵਾਹੁਦੀਨ ਦੇ ਤਕੀਏ 'ਚ। ਉੱਥੇ ਭਾਈ ਕ੍ਰਿਸ਼ਨਪਾਲ ਹਿੰਦੂ ਦੇ ਘਰ ਰੋਟੀ ਖਵਾਈ ਗਈ। ਇੱਥੋਂ ਭਾਈ ਜੈਤਾ ਦੀ ਸੀਸ ਚੁੱਕ ਕੇ ਤੁਰਦੇ ਅਸ ਤੇ ਜਰਨੈਲੀ ਸੜਕ ਛੱਡ ਦਿੱਤੀ, ਪਗਡੰਡੀਆਂ, ਜੰਗਲ, ਨਦੀਆਂ, ਨਾਲੇ। ਇੱਥੋਂ ਫਿਰ ਤਰਾਵੜੀ ਪਹੁੰਚਦੇ ਆ। ਤਰਾਵੜੀ ਇੱਥੇ ਧੋਬੀ ਦੇ ਘਰ ਰਹਿੰਦੇ ਆ ਭਾਈ ਦੇਵਾ ਰਾਮ। ਇਸ ਤੋਂ ਸੀਸ ਚੁੱਕਦੇ ਆ, ਟਾਂਗਰੀ ਨਦੀ ਪਾਰ ਕਰਦੇ ਆ ਤੇ ਅਗਲਾ ਪੜਾਂ ਵਾਲੇ ਕਰਦੇ ਆ ਮਾਜਰੀ ਮੱਲਾ। ਇੱਥੋਂ ਸੀਸ ਚੁੱਕਦੇ ਆ ਤੇ ਭਾਈ ਸਾਹਿਬ ਨਾਭਾ ਸਾਹਿਬ, ਇੱਕ ਨਾਢਾ ਸਾਹਿਬ, ਨਾਭਾ ਸਾਹਿਬ ਬਨੂੜ ਨੇੜੇ, ਇੱਥੇ ਪਹੁੰਚਦੇ ਆ। ਆ ਜਿਹੜੀ ਅੱਜ ਕੱਲ੍ਹ ਮੋਹਾਲੀ ਹੈ ਜਾਂ ਚੰਡੀਗੜ੍ਹ ਬਣਿਆ, ਇੱਥੋਂ ਭਾਈ ਸਾਹਿਬ ਲੰਘਦੇ ਹੋਏ ਸੀਸ ਲੈ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਮੈਂ ਕਹਿੰਦਾ ਉਹਦੀ ਸੇਵਾ ਨੂੰ ਭੁੱਲ ਸਕਨੇ ਆਪਾਂ ਜੀ? ਭਾਈ ਸਾਹਿਬ ਦੀ ਸੀਸ ਚੁੱਕ ਕੇ ਕੀਰਤਪੁਰ ਸਾਹਿਬ ਪਹੁੰਚੇ। ਮਨ 'ਚ ਇਹ ਸੀ ਕਿ ਸ਼ਾਇਦ ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਹੋਇਆ, ਗੁਰੂ ਹਰਰਾਏ ਸਾਹਿਬ ਜੀ ਦਾ ਹੋਇਆ। ਸ਼ਾਇਦ ਪਰਿਵਾਰ ਜਦੋਂ ਸੀਸ ਲੈ ਕੇ ਪਹੁੰਚੇ, ਫਿਰ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ, ਸੰਗਤਾਂ ਆਈਆਂ ਬੈਰਾਗ ਦੀਆਂ 4 ਚਫੇਰੇ, ਸਮਝੋ ਬੈਰਾਗ ਦੀਆਂ ਘਟਾਵਾਂ ਉਮੜੀਆਂ ਸਨ। ਭਾਈ ਜੈਤਾ ਜੀ ਨੂੰ ਸੀਸ ਗੁਰੂ ਗੋਬਿੰਦ ਰਾਏ ਜੀ ਦੇ ਸਾਹਮਣੇ ਉਹਨਾਂ ਦੀ ਝੋਲੀ 'ਚ ਰੱਖ ਦਿੱਤਾ। 9 ਸਾਲ ਦੀ ਉਮਰ ਆਪਣੇ ਪਿਤਾ ਦੇ ਸੀਸ ਨੂੰ। ਮੈਂ ਕਹਿੰਦਾ ਵਾਹਿਗੁਰੂ ਜੀ, ਆ ਦਿਨ ਆਉਣ ਵਾਲੇ ਨੇ। 11 ਨਵੰਬਰ ਅੱਜ ਦੇ ਆ ਰਹੇ ਨੇ, ਹਰ ਸਾਲ ਆਪਾਂ ਕਰਨੇ ਆ। ਐਤਕੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ 17 ਦਸੰਬਰ ਦੀ ਆ ਗਈ ਜੀ। 11 ਨੂੰ ਚਮਕੌਰ ਸਾਹਿਬ, 12 ਨੂੰ ਮਾਛੀਵਾੜੇ, 13 ਨੂੰ ਐਤਕੀ ਜੋਤੀ ਸਰੂਪ ਕਰ ਰਹੇ। ਸ਼ਾਇਦ ਤੁਸੀਂ ਜਾਂਦੇ ਹੋਵੋਗੇ ਕਿ ਨਹੀਂ। ਹਾਂ, 13 ਨੂੰ ਐਤਕੀ ਪਹਿਲਾਂ ਕਰਾਂਗੇ ਕਿਉਂਕਿ 14 ਦਸੰਬਰ ਨੂੰ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ। ਉਹ ਆਪਾਂ ਫਤਿਹਗੜ੍ਹ ਸਾਹਿਬ ਮਨਾਵਾਂਗੇ। ਮੈਂ ਬੇਨਤੀ ਕਰਾਂ, ਉੱਥੇ ਫਿਰ ਭਾਈ ਸਾਹਿਬ ਨੇ ਸੀਸ ਮਹਾਰਾਜ ਦੀ ਝੋਲੀ 'ਚ ਪਾਇਆ। ਸਤਿਗੁਰਾਂ ਨੇ ਘੁੱਟ ਕੇ ਸੀਨੇ ਨਾਲ ਲਾਇਆ। ਸੀਸ ਗੰਜ ਦੇ ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਹੈ। ਹੁਣ ਜੇ ਜਾਓਗੇ ਜ਼ਰੂਰ ਦਰਸ਼ਨ ਕਰਿਓ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਤਾ ਦੇ ਸੀਸ ਦਾ ਸੰਸਕਾਰ ਹੁੰਦਾ ਦੇਖਿਆ, ਆਪਣੀ ਹੱਥੀ ਲਾਂਬੂ ਲਾਇਆ, ਸੋਹਿਲਾ ਸਾਹਿਬ ਦਾ ਪਾਠ ਕੀਤਾ। ਉੱਥੇ ਫਿਰ ਹਜ਼ੂਰ ਨੇ ਕਿਹਾ, ਇਹੋ ਜਿਹਾ ਪੰਥ ਸਜਾਵਾਂਗਾ, ਇਸ ਜ਼ਾਲਮ ਰਾਜ ਦੀਆਂ ਜੜ੍ਹਾਂ ਨੂੰ ਪੱਟ ਕੇ ਰੱਖ ਦੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਸ਼ਹਾਦਤ ਹੋਈ। ਤੇ ਫਿਰ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਪਣੀ ਰਚਨਾ ਕੀਤੀ, ਉਹਦੇ 'ਚ ਲਿਖਿਆ, ਤਿਲਕ ਨਯੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕੱਲੂ ਮੈਂ ਸਾਖਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਚਲੋ ਫਿਰ ਕਿਹਦੇ ਅਰਥ ਕਰਾਂਗੇ। ਸਿਰ ਨਾ ਦਿਆ, ਠੀਕਰ ਫੋਰ ਦਲੀ ਸਿਰ, ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨੂੰ ਕਿਸੇ ਨਹੀਂ ਕੀਤੀ। ਤੇਗ ਬਹਾਦਰ ਕੀ ਚਲਤ, ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਉਸ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੂੰ ਆਪ ਜੀ ਅੱਜ ਯਾਦ ਕਰਦੇ ਪਏ ਹੋ। ਮੈਂ ਬੜਾ ਸੰਖੇਪ ਜਿਹਾ ਯਤਨ ਕੀਤਾ, ਇਤਿਹਾਸ ਵੀ ਤੇ ਬਾਣੀ ਵੀ। ਮੇਰੀ ਬੇਨਤੀ ਹੈ ਭਾਈ ਸਿੱਖੋ, ਅੰਮ੍ਰਿਤ ਦੀ ਦਾਤ ਲਵੋ। ਤੇ ਇੱਕ ਮੈਂ ਥਾਂ ਤੇ ਕਹਿੰਦਾ, ਘਰਾਂ 'ਚ ਪੰਜਾਬੀ ਬੋਲਿਆ ਕਰੋ ਪਲੀਜ਼। ਮੇਰੀ ਹੱਥ ਜੋੜ ਕੇ ਬੇਨਤੀ। ਬੋਲਦੇ ਨਹੀਂ ਜੀ, ਬਿਲਕੁਲ ਨਹੀਂ ਬੋਲਦੇ। ਕੋਈ ਹਿੰਦੀ ਬੋਲੀ ਜਾਂਦਾ, ਕੋਈ ਅੰਗਰੇਜ਼ੀ ਦੇ ਗੇੜੇ ਦੇਈ ਜਾਂਦਾ। ਵਾਹਿਗੁਰੂ ਜੀ, ਇਹ ਫਰਜ਼ ਬਣਦਾ ਸਾਡਾ। ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੀ ਜ਼ਰੂਰ ਸਿੱਖੋ। ਹੁਣ ਕੋਈ ਟੀਚਰਾਂ ਥੋੜਾ, ਬੱਚਿਆਂ ਨੂੰ ਆਪਾਂ ਘਰ ਸਿਖਾ ਸਕਨੇ। ਹਾਂਜੀ, ਹੁਣ ਤਾਂ ਬਹੁਤ ਸਾਧਨ ਬਣ ਗਏ ਆ। ਮੈਂ ਫਿਰ ਅਰਜ਼ ਕਰਾਂ, ਤੁਸੀਂ ਦੇਵਨਾਗਰੀ 'ਚ ਤਰਜਮਾ ਕਰ ਲਓ, ਲੱਥਾ ਕਰ ਲਓ, ਫਾਰਸੀ 'ਚ ਕਰ ਲਓ। ਗੁਰਮੁਖੀ ਦੀਆਂ ਲਗਾ ਮਾਤਰਾ ਸਮਝਣ ਤੋਂ ਬਿਨਾਂ ਗੁਰਬਾਣੀ ਦੀ ਨਾ ਵਿਆਖਿਆ ਹੋ ਸਕਣੀ ਹੈ, ਨਾ ਸ਼ੁੱਧ ਉਚਾਰਨ ਹੋ ਸਕਣਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਸਮੁੱਚੀ ਕਮੇਟੀ ਨੂੰ, ਹਰ ਕੀਰਤਨ ਸੇਵਾ ਸੁਸਾਇਟੀ, ਹਾਂਜੀ ਤੁਹਾਨੂੰ ਗੁਰਮੁਖੋ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਬੜਾ ਟੇਕ ਕੇ ਸੁਣਿਆ। ਤਕਰੀਬਨ ਆਪਾਂ ਨੂੰ ਹੋ ਹੀ ਗਿਆ ਜੀ, ਪੌਣੇ 2 ਘੰਟੇ ਹੋ ਗਏ ਹੈ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਜੀ, ਬਸ ਥੋੜਾ ਜਿਹਾ ਨਾਮ ਜਪ ਲਈ, ਉਦੋਂ ਬਾਅਦ ਸਮਾਪਤੀ ਕਰਾਂਗੇ। ਤੇ ਮੈਂ ਵੈਸੇ ਚਾਹੀਦਾ ਤਾਂ ਨਹੀਂ, ਮੈਂ ਪਹਿਲਾਂ ਖਿਮਾ ਮੰਗ ਲੈਣਾ, ਮੈਂ ਪਟਿਆਲੇ ਜਾਣਾ। ਹਾਂਜੀ, ਤੇ ਮੈਂ ਜਿਹੜਾ ਸਮਾਂ ਰੁਕਣਾ ਸੀ, ਮੈਂ 15 ਮਿੰਟ ਵੱਧ ਸਤਿਗੁਰੂ ਦੀ ਸਿਫਤ ਕਰ ਦਿੱਤੀ ਹੈ। ਤੇ ਆਪ ਜੀ ਸ਼ਹੀਦੀ ਸਾਕਿਆਂ ਤੇ ਜ਼ਰੂਰ ਆਇਓ।
ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੋ, ਅੱਜ ਤੋਂ ਸ਼ੁਰੂ ਕਰ ਦਿਓ। 59 ਸ਼ਬਦ ਨੇ, 17 ਤੱਕ ਮਹਾਰਾਜ ਦਾ ਸ਼ਹੀਦੀ ਦਿਨ ਆਉਣਾ। ਜੇ 10-10 5-5 ਸ਼ਬਦ ਵੀ ਰੋਜ਼ ਪੜ੍ਹੀ ਜੋ ਗੁਟਕੇ ਮਿਲ ਜਾਂਦੇ ਨੇ, ਆਪ ਨੂੰ ਪਤਾ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਬੜੇ ਸਰਲ ਸ਼ਬਦ ਨੇ, ਸਾਰੇ ਪੜ੍ਹਿਓ। ਆਓ ਜੀ, ਪਹਿਲਾਂ ਦਾਸ ਬੋਲੇਗਾ, ਫਿਰ ਸਿੰਘ ਜੀ, ਗੁਰਮੁਖੋ ਤੁਸੀਂ ਸਾਰੇ ਬੋਲਿਓ, ਤੀਜੇ ਹਿੱਸੇ ਵਿੱਚ ਬੀਬੀਆਂ। ਬਸ ਇਉਂ ਸਮਝੋ ਫੁਰਨਾ ਹੀ ਬਣਾਉਣਾ ਹੈ ਨਾ, ਖਿਆਲ ਹੀ ਸਭ ਕੁਝ ਕਰਦਾ ਜੀ। ਮੈਂ ਪਿਛਲੇ ਦਿਨਾਂ ਤੋਂ ਨਾ ਇੱਕ ਮੇਰਾ ਇੱਛਾ, ਮੈਂ ਮਨ ਉੱਤੇ ਬਹੁਤ ਪੜ੍ਹਦੇ ਆਵਾਂ, ਵੇਖ ਵੀ ਰਿਹਾ, ਜਿਹਨੂੰ ਮਨੋਰੋਗ ਕਹਿੰਦੇ। ਫੁਰਨਿਸ ਥਾਟ ਇਜ਼ ਥਿੰਗ, ਜੋ ਸੋਚੋਗੇ ਹੋ ਜਾਣਾ, ਜੋ ਕੁਝ ਸੋਚਣਾ ਉਹ ਕੁਝ ਵਾਪਰਨ ਲੱਗ ਪੈਂਦਾ। ਇਉਂ ਸਮਝੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹ ਸਾਡੇ ਸਨਮੁਖ ਨੇ, ਉਹਨਾਂ ਦੇ ਚਰਨਾਂ 'ਚ ਖਲੋ ਕੇ ਨਾਮ ਜਪਣੇ ਪਏ। ਕਰੋ ਕਿਰਪਾ, ਪਹਿਲਾਂ ਦਾਸ ਫਿਰ ਸਿੰਘ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਿੰਘ ਬੋਲੋ ਉੱਚੀ ਆਵਾਜ਼। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਿੰਘੋ ਉੱਚੀ ਆਵਾਜ਼ 'ਚ ਬੋਲੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹ ਵਾਹ। ਵਾਹਿਗੁਰੂ, 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 ਵਾਹਿਗੁਰੂ। ਸਾਰੇ ਕਿਰਪਾ ਕਰੋ ਹੁਣ। ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਰੇ ਬੋਲਣ ਇਕੱਠੇ ਸਤਨਾਮ ਵਾਹਿਗੁਰੂ 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 ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਜੀ ਸਭ ਥਾਈਂ ਮਦਦਗਾਰ ਸਤਿਗੁਰੂ ਸਭ ਦੇ ਪਰਦੇ ਢੱਕਣ ਵਾਲੇ ਸਤਿਗੁਰੂ ਗਰੀਬਾਂ ਮਜਲੂਮਾਂ ਦੀ ਬਾਹ ਪਕੜਨ ਵਾਲੇ ਸਤਿਗੁਰੂ ਜੀ ਆਪ ਜੀ ਦੀ ਸਾਖੀ ਜੀਵਨ ਦੀ ਸ਼ਬਦ ਵਿਚਾਰ ਕੀਤੀ ਸਤਿਗੁਰੂ ਬਹੁਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ